वाहिगुरू जी का खालसा वाहिगुरू जी की फतेह। अज के शख्सियत उसारी कैंप विच आप सब का स्वागत है। हर रोज वांग अज के कैंप की शुरुआत भी जाप सेवा तो होगी जी। अज की जाप की सेवा की वारी कुलवीर कौर जी सिंबा बेट तो लैंगे। जो जुड़ चुके हैं तो कृपा करके अपना हैंड रेस कर लें। वाहिगुरू जी का खालसा श्री वाहिगुरू जी की फतेह। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। जप आद सच जुगाद सच हैप्पी सच नानक होसी भी सच। एक ओंकार सतनाम करता पुरख निरभौ निरवैर अकाल मूरत अजूनी सैभं गुर प्रसाद। जप आद सच जुगाद सच हैप्पी सच नानक होसी भी सच। वाहेगुरु 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 जी का खालसा श्री वाहेगुरु जी की फतेह। अजूनी सैभं इकट्ठा नहीं कहना जी ते गुर प्रसाद हुंदा गुर प्रसाद नहीं। आप जी का बहुत बहुत धन्यवाद आपने जाप दी। अज के कीर्तन की सेवा की वारी किरणदीप कौर जी अमृतसर तो लैणगे जी। जे किरणदीप कौर जी जुड़ चुके हैं तो अपना हैंड रेस कर लें। वाहिगुरु जी का खालसा वाहिगुरु जी की फतेह।
गांठ न बांधो पेट न खाओ, गांठ न बांधो पेट न खाओ, देहो दान मेरे हरे को नाम, देहो दान मेरे देहो दान ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बहुत धन्यवाद जी कि आप जी ने कीर्तन की सेवा निभाई है। मैं सारे विद्यार्थियों ਨੂੰ ਬੇਨਤੀ ਕਰਾਂਗੀ, ਜਿੰਨੇ ਵੀ ਸਟੂਡੈਂਟਸ ਜੁੜੇ ਨੇ ਸਭ ਨੂੰ ਬੇਨਤੀ ਹੈ ਅਸੀਂ ਕੀਰਤਨ ਦੀ ਸੇਵਾ ਲਈਏ। ਕੀਰਤਨ ਉਹ ਨਹੀਂ ਹੁੰਦਾ ਕਿ ਅਸੀਂ ਸਿਰਫ ਵਾਜੇ ਤਬਲੇ ਨਾਲ ਹੀ ਕਰ ਸਕਦੇ ਹਾਂ। ਕੀਰਤਨ ਤੋਂ ਭਾਵ ਹੈ ਕਿ ਅਸੀਂ ਸ਼ਬਦ ਨੂੰ ਗਾਣਾ ਹੈ, ਸੋ ਅਸੀਂ ਬਿਨਾਂ ਹਾਰਮੋਨੀਅਮ ਦੇ ਵੀ ਕੀਰਤਨ ਕਰ ਸਕਦੇ ਹਾਂ। ਸੋ ਆਪਾਂ ਜਿਹੜਾ ਅੱਜ ਦਾ ਸੈਸ਼ਨ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਕੀਰਤਨ ਦਾ ਭਾਵ ਕਿਸੇ ਨੂੰ ਪਤਾ ਹੋਵੇ ਜੀ, ਹੈਂਡ ਰੇਜ਼ ਕਰ ਸਕਦੀ ਹੈ। ਕੀਰਤਨ, ਕੀਰਤਨ ਕਿਸੇ ਨੂੰ ਪਤਾ ਹੈ ਜੀ? ਹਾਂਜੀ, 2-3 ਹੈਂਡ ਰੇਜ਼ ਹੋਏ। ਆਪਾਂ ਪਹਿਲਾਂ ਇੱਕ ਹੈਂਡ ਰੇਜ਼ ਲਵਾਂਗੇ। ਹਾਂਜੀ, ਗਗਨਦੀਪ ਕੌਰ ਜੀ। ਕੀਰਤਨ ਤੋਂ ਭਾਵ ਹੈ ਜੀ ਕੀਰਤੀ। ਕੀਰਤੀ, ਵੈਰੀ ਗੁੱਡ। ਕੀਰਤਨ ਤੋਂ ਭਾਵ ਕੀਰਤੀ। ਇਹਨੂੰ ਅਸੀਂ ਨਾ ਦੇਖੋ, ਤੁਸੀਂ ਆਪਣੀ ਕਾਪੀ ਤੇ ਲਿਖੋ ਕੀਰਤਨ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗੀ ਜੇ ਸ਼ੋ ਕਰ ਸਕਣ ਲਿਖ ਕੇ, ਜੇ ਵਰਡ ਦੀ ਫਾਈਲ ਅੱਗੇ ਜਿਹੜੀ ਉਹ ਸ਼ੋ ਕਰ ਸਕਣ ਲਿਖਣ ਨਾਲ ਦੀ ਨਾਲ, ਅਗਰ ਪੋਸੀਬਲ ਹੈ ਤਾਂ। ਕੀਰਤਨ ਸਾਰਿਆਂ ਨੇ ਕਾਪੀ ਤੇ ਲਿਖਿਆ ਜੀ? ਹੁਣ ਲਿਖੋ ਕੀਰ ਪਲੱਸ ਤਨ, ਕੱਕੇ ਨੂੰ ਬਿਹਾਰੀ ਰਾਰਾ ਪਲੱਸ ਤੱਤਾ ਨੰਨਾ ਤਨ, ਕੀਰ ਪਲੱਸ ਤਨ। ਇਹਦਾ ਕੀ ਮਤਲਬ ਹੁੰਦਾ ਜੀ? ਜਿਹੜਾ ਤਨ ਨੂੰ ਚੀਰ ਦੇਵੇ, ਹੈ ਨਾ, ਇੱਕ ਤੀਰ ਵੱਜੇ ਜਿਹੜਾ ਤਨ ਨੂੰ ਚੀਰ ਦੇਵੇ, ਕੀਰਤਨ। ਇਹ ਕਿਸੇ ਨੇ ਵੈਸੇ ਆਪਣੇ ਮਨ ਨਾਲ ਬਣਾਏ ਹੋਏ ਹੈ। ਇੱਕ ਬਣਾਇਆ ਜੀ ਇਹਦਾ ਕਹਿੰਦੇ ਕੀਰਤ, ਕੀਰਤ ਲਿਖ ਕੇ ਪਲੱਸ ਨੰਨਾ, ਮਤਲਬ ਕੀਰਤ ਨਾ, ਇਹ ਕੀਰਤ ਨਾ ਹੋਵੇ। ਵੈਰੀ ਗੁੱਡ, ਕੀਰਤਨ। ਅੱਗੇ ਹੈਗਾ ਜੀ ਕੀਰਤ ਪਲੱਸ ਨੰਨਾ, ਕੀਰਤ ਰਾਰਾ ਤੱਤਾ ਪਲੱਸ ਨੰਨਾ। ਇੱਥੇ ਵੈਸੇ ਕੀਰਤ ਲਿਖਿਆ, ਉਹਨਾਂ ਨੇ ਕਿਰਤ ਕਰਤਾ ਸੀ ਇਹਨੂੰ, ਕਿ ਇਹ ਕਿਰਤ ਨਾ ਹੋਵੇ। ਕਹਿੰਦੇ ਕੀਰਤਨ ਉਹ ਹੋਵੇ ਜਿਹੜਾ ਕਿਰਤ ਨਾ ਹੋਵੇ, ਕੀਰਤਨ ਉਹ ਹੋਵੇ ਜਿਹੜਾ ਤਨ ਨੂੰ ਚੀਰ ਦੇਵੇ। ਤੇ ਅਗਲਾ ਹੈਗਾ ਕੀ ਪਲੱਸ ਰਤਨ, ਕੀ ਪਲੱਸ ਰਤਨ। ਕਹਿੰਦੇ ਕੀਰਤਨ ਹੈ ਕੀ ਹੈ? ਇਹ ਰਤਨ ਨੇ ਜਿਹੜੇ ਅਸੀਂ ਚੁਗਣੇ ਨੇ,
ਸੋ ਬਾਣੀ ਦੇ ਵਿੱਚੋਂ ਅਸੀਂ ਰਤਨ ਚੁਗਣੇ ਨੇ ਔਰ ਉਹਦਾ ਆਨੰਦ ਮਾਣਨਾ ਹੈ। ਸੋ ਅਸੀਂ ਸਾਰੇ ਹੀ ਕੀਰਤਨ ਕਰੀਏ। ਸੋ ਇਹਦਾ ਇਹ ਨਾ ਹੋਵੇ ਕਿ ਰੋਜ਼-ਰੋਜ਼ ਸੇਮ ਸਟੂਡੈਂਟਸ ਹੋਣ। ਸਭ ਨੂੰ ਬੇਨਤੀ ਕਿ ਨੰਬਰ ਹੁਣੇ ਮੈਂ ਵੀਰ ਜੀ ਨੂੰ ਕਵਾਂਗੀ ਇਹਦੇ ਤੇ ਲਿਖ ਦੇਣਗੇ ਜੀ, ਨੰਬਰ ਲਿਖ ਦਿਓ ਵੀਰ ਜੀ 95920 94170। ਸਾਰੇ ਸਟੂਡੈਂਟਸ ਨੋਟ ਕਰ ਲਓ ਜੀ। ਜਾਪ ਦੀ ਸੇਵਾ ਦੇ ਲਈ, ਕੀਰਤਨ ਦੀ ਸੇਵਾ ਦੇ ਲਈ ਇਹ ਨੰਬਰ ਨੋਟ ਕਰੋ ਜੀ ਸਾਰੇ। ਤੇ ਸਾਰਿਆਂ ਨੇ ਵਾਰੀ ਲੈਣੀ ਹੈ। ਦੇਖੋ ਅਸੀਂ ਇੱਥੇ 300-400 ਵਿਦਿਆਰਥੀ ਜੁੜੇ ਆ। ਸੋ ਜਿੰਨੇ ਵਾਰੀ ਲਈ ਨਾ ਉਹਦੀ ਅਗਲੀ ਟਰਨ ਜਦੋਂ ਆਵੇ ਤੇ ਅੱਗੋਂ ਫਿਰ ਜਿਹੜੇ ਭੈਣ ਜੀ ਜਿਨ੍ਹਾਂ ਨੂੰ ਤੁਸੀਂ ਫੋਨ ਕਰਨਾ ਉਹ ਕਹਿਣ ਨਹੀਂ ਜੀ ਹਜੇ ਤਾਂ ਬੱਚੇ ਬੁੱਕ ਹੈਗੇ ਨੇ, ਹੁਣ ਨੈਕਸਟ ਜਿਹੜੀ ਟਰਨ ਆਏਗੀ ਉਹ ਤਾਂ 400 ਦਿਨਾਂ ਬਾਅਦ ਆਏਗੀ। ਸੋ ਅਸੀਂ ਸਾਰਿਆਂ ਨੇ ਇੰਨੇ ਮਤਲਬ ਆਪਣਾ ਪੂਰੀ ਅਸੀਂ ਕੋਸ਼ਿਸ਼ ਕਰਨੀ ਹੈ ਸਾਡੇ ਵਿੱਚ ਕੌਨਫੀਡੈਂਸ ਆਵੇ ਕਿ ਅਸੀਂ ਅੱਗੇ ਆ ਕੇ ਬੋਲ ਸਕੀਏ। ਸੋ ਬਹੁਤ ਧੰਨਵਾਦ ਜੀ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਸਾਡੇ ਨਾਲ ਵੀਰ ਹਰਮੀਤ ਸਿੰਘ ਜੀ ਜੁੜ ਚੁੱਕੇ ਨੇ। ਸੋ ਬਲਜਿੰਦਰ ਕੌਰ ਜੀ ਅਗਰ ਜੁੜ ਚੁੱਕੇ ਨੇ ਤਾਂ ਸੰਭਾਲਣਗੇ ਜੀ ਅੱਗੇ, ਸ਼ਾਇਦ ਉਹ ਨਹੀਂ ਜੁੜੇ ਅਜੇ। ਸੋ ਵੀਰ ਹਰਮੀਤ ਸਿੰਘ ਜੀ ਜਿਨ੍ਹਾਂ ਦਾ ਅੱਜ ਵਿਸ਼ਾ ਬੜਾ ਹੀ ਪਿਆਰਾ ਹੈ, ਗੁਰਬਾਣੀ ਦੇ ਜਿਹੜੇ ਬੇਸਿਕ ਨੁਕਤੇ ਨੇ ਉਹਨਾਂ ਬਾਰੇ। ਅਸੀਂ ਬਾਣੀ ਪੜ੍ਹਦੇ ਹਾਂ, ਕਈ ਵਾਰ ਏਦਾਂ ਦੀਆਂ ਮਿਸਟੇਕਸ ਹੈ ਜਿਹੜੀਆਂ ਅਸੀਂ ਕਾਮਨਲੀ ਕਰ ਜਾਂਦੇ ਹਾਂ। ਸੋ ਉਹਨਾਂ ਨੂੰ ਅਸੀਂ ਕਿਵੇਂ ਸੁਧਾਰਨਾ ਹੈ, ਕਿਵੇਂ ਬਾਣੀ ਨੂੰ ਪੜ੍ਹਨਾ ਹੈ, ਵੀਰ ਹਰਮੀਤ ਸਿੰਘ ਜੀ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ ਜੀ। ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦਾ ਮੈਂ ਸਭਨਾਂ ਦਾ, ਖਾਸ ਤੌਰ ਤੇ ਸਰਦਾਰ ਜਸਵਿੰਦਰ ਸਿੰਘ ਕੋਹਲੀ ਔਰ ਬੀਬੀ ਜਸਪ੍ਰੀਤ ਕੌਰ, ਜਿਨ੍ਹਾਂ ਨੇ ਬੜੇ ਉਦਮ ਦੇ ਨਾਲ ਗੁਰਬਾਣੀ ਪ੍ਰਚਾਰ ਦਾ ਇਹ ਮਾਧਿਅਮ ਬਣਾ ਕੇ ਔਰ ਬੱਚਿਆਂ ਨੂੰ ਇਹ ਕੈਂਪ ਰਾਹੀਂ ਗੁਰਬਾਣੀ ਦੀ ਸਿੱਖਿਆ ਦੇਣ ਦਾ ਜਿਹੜਾ ਉਪਰਾਲਾ ਕੀਤਾ ਹੈ। ਔਰ ਇਹਦੇ ਨਾਲ ਸਾਰੇ ਵਡਭਾਗੀ ਬੱਚੇ ਵੀ ਬਣਦੇ ਨੇ ਔਰ ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲਾ ਹਰ ਮਨੁੱਖ, ਕਿਉਂਕਿ ਜਦੋਂ ਅਸੀਂ ਗੁਰਬਾਣੀ ਨਾਲ ਜੁੜੇ ਹੁੰਦੇ ਹਾਂ ਤੇ ਉਹਦੇ ਵੱਡੇ ਭਾਗਾਂ ਵਾਲੇ ਨੇ। ਸੋ ਮੇਰਾ ਅੱਜ ਦਾ ਜੋ ਵਿਸ਼ਾ ਮੈਨੂੰ ਮਿਲਿਆ ਸੀ ਉਹ ਹੈ ਕਿ ਗੁਰਬਾਣੀ ਦੇ ਨੁਕਤੇ। ਅੱਜ ਅਸੀਂ ਉਹ ਵਿਚਾਰਾਂਗੇ, ਗੁਰਬਾਣੀ ਦੇ ਨੁਕਤੇ। ਤਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਸਾਰੇ ਕੈਂਪ ਵਿੱਚ ਸ਼ਮੂਲੀਅਤ ਕਰ ਰਹੇ ਜਿਤਨੇ ਵੀ ਜਨ ਨੇ, ਸਾਰੇ ਇੱਕ ਵਾਰ ਗੁਰਫਤਿਹ ਦੀ ਸਾਂਝ ਕਰੀਏ, ਦਾਸ ਦੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਸਹੀ ਆ ਰਹੀ ਹੈ ਜੀ? ਹਾਂਜੀ ਠੀਕ ਹੈ ਜੀ। ਵਿਸ਼ਾ ਹੈਗਾ ਆ ਗੁਰਬਾਣੀ ਦੇ ਨੁਕਤੇ। ਗੁਰਬਾਣੀ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਬਾਣੀ ਅਸੀਂ ਕਹਿੰਦੇ ਹਾਂ ਗੁਰੂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਗੁਰਬਾਣੀ। ਬਾਣੀ ਦਾ ਭਾਵ ਹੁੰਦਾ ਆ ਕਿ ਜੋ ਬੋਲ ਨੇ, ਜੋ ਅਸੀਂ ਬੋਲਦੇ ਹੋ ਵੀ ਬਾਣੀ ਹੈ, ਪਰ ਉਹ ਸਾਡੀ ਆਮ ਬਾਣੀ ਹੈ ਔਰ ਇਹ ਸ਼ਬਦ ਨੂੰ ਅਸੀਂ ਆਮ ਵਰਤਦੇ ਵੀ ਹਾਂ। ਜਿਵੇਂ ਇਹ ਫਲਾਣੇ ਦੀ ਬੋਲ ਬਾਣੀ ਬੜੀ ਚੰਗੀ ਹੈ ਜਾਂ ਉਹਦੀ ਬੋਲ ਬਾਣੀ ਚੰਗੀ ਨਹੀਂ, ਇਸ ਤਰ੍ਹਾਂ ਦੇ ਸ਼ਬਦ ਅਸੀਂ ਵਰਤਦੇ ਹਾਂ। ਤੋ ਗੁਰਬਾਣੀ ਹੈ ਗੁਰੂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ, ਜੋ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ। ਦੇ ਨੁਕਤੇ ਤੋਂ ਭਾਵ ਹੈ ਕਿ ਗੁਰਬਾਣੀ ਨੂੰ ਪੜ੍ਹਨ ਤੇ ਸੁਣਨ ਵੇਲੇ ਖਾਸ ਤੌਰ ਤੇ ਬਰੀਕੀ ਨਾਲ ਧਿਆਨ ਰੱਖਣਾ। ਨੁਕਤੇ ਦੇ ਅਰਥ ਹੁੰਦੇ ਨੇ ਵੈਸੇ ਬਰੀਕ, ਤੇ ਵੈਸੇ ਫਾਰਸੀ ਸ਼ਬਦ ਦਾ ਨੁਕਤਾ ਜੋ ਹੈ ਇਹ ਫਾਰਸੀ ਵਿੱਚੋਂ ਆਇਆ, ਜਿਹਦਾ ਭਾਵ ਹੁੰਦਾ ਆ ਬਿੰਦੀ। ਇਹਨੂੰ ਹਿੰਦੀ ਪੰਜਾਬੀ ਵਿੱਚ ਅਸੀਂ ਬਿੰਦੀ ਕਹਿੰਦੇ, ਹਿੰਦੀ ਵਿੱਚ ਵੀ, ਔਰ ਜਿਹੜਾ ਫਾਰਸੀ ਦੇ ਵਿੱਚ ਇਹਨੂੰ ਨੁਕਤਾ ਕਹਿੰਦੇ। ਔਰ ਫਾਰਸੀ ਦੇ ਅੱਖਰਾਂ ਦੇ ਵਿੱਚ ਨੁਕਤੇ ਜਿਹੜੇ ਨੇ ਉਹ ਲੱਗਣੇ ਬੜੇ ਜ਼ਰੂਰੀ ਹੁੰਦੇ ਨੇ। ਔਰ ਇੱਕ ਨੁਕਤਾ, ਇੱਕ ਬਿੰਦੀ ਉਹਨਾਂ ਦੇ ਉੱਪਰ ਵੀ ਲੱਗਦੀ ਅੱਖਰਾਂ ਦੇ ਔਰ ਥੱਲੇ ਵੀ ਲੱਗਦੀ। ਉਰਦੂ ਔਰ ਫਾਰਸੀ 'ਚ ਤੁਸੀਂ ਦੇਖੇ ਹੋਣਗੇ ਇੱਕ ਬਿੰਦੀ ਬਿਲਕੁਲ, ਜਿਹਨੂੰ ਡਾਟ ਕਹਿੰਦੇ ਸੀ। ਔਰ ਉਹ ਬਿੰਦੀ ਨਾ ਲੱਗੇ ਤੇ ਵਾਧੂ ਲੱਗ ਜਾਵੇ, ਬੜਾ ਫਰਕ ਪੈ ਜਾਂਦਾ। ਫਾਰਸੀ ਦੇ ਇੱਕ ਵਿਦਵਾਨ ਨੇ ਇਹ ਲਿਖਿਆ ਆ ਕਿ ਕੋਈ ਮਨੁੱਖ ਸੀ, ਬੜੇ ਪਿਆਰੇ ਮਿੱਤਰ ਸੀ, ਤੇ ਇੱਕ ਮਿੱਤਰ ਦੂਜੇ ਮਿੱਤਰ ਨੂੰ ਚਿੱਠੀ ਲਿਖਦਾ ਹੈ
ਪਰ ਜਦੋਂ ਚਿੱਠੀ ਲਿਖਦਾ ਆ ਨਾ, ਤੇ ਚਿੱਠੀ ਵਿੱਚ ਨਾ ਉਸ ਮਿੱਤਰ ਲਈ ਦੁਆਵਾਂ ਕਰਦਾ। ਦੁਆ ਕਰਨੀ ਮਤਲਬ ਅਰਦਾਸਾਂ ਕਰਨੀਆਂ, ਉਹਦੇ ਲਈ ਚੰਗਾ ਸੋਚਣਾ, ਚੰਗਾ ਮੰਗਣਾ। ਪਰ ਨੁਕਤਾ ਗਲਤ ਲਗਾ ਬੈਠਦਾ ਹੈ, ਤੇ ਉਹ ਜਿਹੜਾ ਪੜ੍ਹਨ ਵਾਲਾ ਮਿੱਤਰ ਆ ਉਹ ਤੇ ਦੁਆ ਲਿਖਦਾ ਆ, ਉਹ ਨੁਕਤਾ ਗਲਤ ਹੋਣ ਕਰਕੇ ਉਹ ਦਗਾ ਪੜ੍ਹ ਲੈਂਦਾ, ਤੇ ਮਿੱਤਰਤਾ ਹੌਲੀ ਹੌਲੀ ਖਤਮ ਹੋ ਗਈ ਉਹਨਾਂ ਦੀ। ਕਿਉਂ? ਸਿਰਫ ਇੱਕ ਨੁਕਤੇ ਦੇ ਕਾਰਨ, ਕਿਉਂਕਿ ਉਹਨੇ ਗਲਤੀ ਨਾਲ ਪੜ੍ਹਿਆ। ਉਹ ਦੁਆ ਲਿਖਦਾ, ਉਹ ਦਗਾ ਪੜ੍ਹਦਾ ਹੈ। ਦਗਾ ਹੁੰਦਾ ਹੈ ਫਰੇਬ, ਧੋਖਾ। ਦੁਆ ਹੁੰਦਾ ਕਿਸੇ ਲਈ ਅਰਦਾਸ ਕਰਨੀ, ਕਿਸੇ ਲਈ ਸ਼ੁਭ ਸੋਚਣਾ। ਤੇ ਉਸ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਏਕ ਨੁਕਤੇ ਨੇ ਮਹਿਰਮ ਸੇ ਮੁਜਰਿਮ ਕੀਆ। ਮਹਿਰਮ ਮਿੱਤਰ, ਮੁਜਰਿਮ ਤੁਹਾਨੂੰ ਪਤਾ ਹੀ ਹੈ ਗੁਨਾਹ ਕਰਨ ਵਾਲਾ। एक नुक्ते ने महरम से मुजरिम किया, हम दुआ लिखते रहे वह दगा पढ़ते रहे। तो ਇਹ ਕਹਿਣ ਦਾ ਭਾਵ ਇਹ ਸੀ ਕਿ ਇੱਕ ਛੋਟਾ ਜਿਹਾ ਨੁਕਤਾ ਵੀ ਅਰਥਾਂ ਦੇ ਅਨਰਥ ਕਰ ਸਕਦਾ ਹੈ। ਗੁਰਬਾਣੀ ਦੇ ਨੁਕਤੇ ਬਹੁਤ ਨੇ, ਭਾਵ ਨੁਕਤੇ ਦੇ ਅਰਥ ਨੇ ਬਰੀਕੀ, ਔਰ ਸਿੱਖ ਦੀ ਅਕਲ ਗੁਰੂ ਸਾਹਿਬ ਨੇ ਬੜੀ ਬਰੀਕ ਬਣਾਈ ਹੈ। ਲਤੀਫ ਅਕਲ ਕਹਿੰਦੇ ਨੇ, ਬਰੀਕ ਬੁੱਧੀ। ਔਰ ਸਿੱਖ ਦਾ ਤੇ ਰਸਤਾ ਹੀ ਬੜਾ ਬਰੀਕ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਹੁਣ ਇਹ ਬਾਹਰ ਦਾ ਰਸਤਾ ਤੇ ਨਹੀਂ, ਇਹ ਵਿਚਾਰ ਦੀ ਸੋਚ ਨੇ ਤੁਰਨਾ ਆ, ਔਰ ਇੰਨੇ ਬਰੀਕ ਰਸਤੇ ਤੋਂ ਤੁਰਨਾ ਹੈ, ਇੰਨੀ ਬਰੀਕੀ ਨਾਲ ਤੁਰਨਾ ਆ ਜਿਹੜਾ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਰੋਜ਼ ਪੜ੍ਹਦੇ ਨਾ ਸੀ। ਤੇ ਇੱਕ ਸ਼ਬਦ ਅਸੀਂ ਹੋਰ ਪੜ੍ਹਦੇ ਹਾਂ, ਉਹਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ। ਲਤੀਫ ਦਾ ਮਤਲਬ ਵੀ ਬਰੀਕ ਬੁੱਧੀ ਵਾਲਾ ਹੁੰਦਾ ਹੈ, ਚੰਗੀ ਬੁੱਧੀ ਵਾਲਾ। ਵੀ ਜੇ ਤੂੰ ਗਿਆਨ ਵਾਲਾ, ਸੋਝੀ ਵਾਲੇ, ਤੈਨੂੰ ਨੁਕਤੇ ਦੀ ਪਹਿਚਾਨ ਹੈ, ਸਮਝ ਹੈ, ਤੇ ਫਿਰ ਕਾਲੇ ਲਿਖ ਨਾ ਲੇਖ। ਕਾਲੇ ਲੇਖ ਨਾ ਲਿਖ। ਕਿਉਂ? ਕਿਉਂਕਿ ਦੂਜੇ ਬਾਰੇ ਲਿਖਣ ਦੀ ਬਜਾਏ ਉਸ ਨੁਕਤੇ ਨੂੰ ਆਪਣੇ ਤੇ ਅਪਣਾ। ਆਪਨੜੇ ਗਿਰਾਵਾਨ ਮੈਂ ਸਿਰ ਨੀਵਾ ਕਰ ਦੇ। ਤੋ ਨੁਕਤੇ ਦਾ ਅੱਜ ਅਸੀਂ ਜਿਹੜਾ ਆ ਸਭ ਤੋਂ ਛੋਟਾ, ਜਿਹਨੂੰ ਨੁਕਤਾ ਕਹਿੰਦੇ ਨੇ ਫਾਰਸੀ ਦੇ ਵਿੱਚ, ਉਹ ਬਿੰਦੀ। ਸਾਡੀ ਭਾਸ਼ਾ ਦੇ ਵਿੱਚ ਇਹਦੀ ਬੜੀ ਵਿਸ਼ੇਸ਼ਤਾ ਹੈ, ਔਰ ਇਹਦੇ ਬਾਰੇ ਅੱਜ ਅਸੀਂ ਵਿਚਾਰ ਕਰਾਂਗੇ। ਪਹਿਲਾਂ, ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਸਿੱਖ ਦੇ ਕੰਮ ਕੀ ਨੇ ਗੁਰਬਾਣੀ ਪ੍ਰਤੀ। ਸਲਾਈਡ ਦੇ ਉੱਤੇ ਆਪ ਦੇਖ ਸਕਦੇ ਹੋ, ਪਹਿਲਾ ਕੰਮ ਹੈ ਰੀਡਿੰਗ ਐਂਡ ਲਿਸਨਿੰਗ ਗੁਰਬਾਣੀ। ਪਾਠ ਕਰਨਾ, ਗੁਰਬਾਣੀ ਦਾ ਪਾਠ ਕਰਨਾ ਤੇ ਸੁਣਨਾ, ਇਹ ਸਿੱਖ ਦਾ ਸਭ ਤੋਂ ਪਹਿਲਾ ਕੰਮ ਹੈ। ਕਿਉਂਕਿ ਪਾਠ ਬਾਣੀ ਹੀ, ਗੁਰਬਾਣੀ ਹੀ ਸਿੱਖ ਦੇ ਜੀਵਨ ਦਾ ਆਧਾਰ ਹੈ। ਦੂਸਰਾ ਕੰਮ ਹੈ ਕੇਵਲ ਪੜ੍ਹਨ ਤੇ ਸੁਣਨ ਤੱਕ ਹੀ ਨਹੀਂ, ਉਹਦਾ ਅਗਲਾ ਸਟੈਪ ਕਿਹੜਾ ਆ, ਅੰਡਰਸਟੈਂਡਿੰਗ ਗੁਰਬਾਣੀ, ਗੁਰਬਾਣੀ ਨੂੰ ਸਮਝਣਾ। ਤੇ ਤੀਸਰਾ ਹੈ ਫੋਲੋਇੰਗ ਗੁਰਬਾਣੀ, ਫੋਲੋ ਕਰਨਾ, ਫੋਲੋਇੰਗ ਗੁਰਬਾਣੀ, ਭਾਵ ਗੁਰਬਾਣੀ ਦੀ ਪਾਲਣਾ ਕਰਨਾ, ਗੁਰਬਾਣੀ ਅਨੁਸਾਰ ਜੀਵਨ ਬਣਾਉਣਾ। ਹੁਣ ਸਿੱਖ ਦਾ ਕੰਮ ਸਭ ਤੋਂ ਪਹਿਲਾ ਹੈ ਰੀਡਿੰਗ ਐਂਡ ਲਿਸਨਿੰਗ ਬਾਣੀ, ਗੁਰਬਾਣੀ ਨੂੰ ਪੜ੍ਹਨਾ ਤੇ ਸੁਣਨਾ। ਔਰ ਗੁਰੂ ਸਾਹਿਬ ਨੇ ਸਪੈਸ਼ਲ ਸਾਡੇ ਲਈ ਉਪਦੇਸ਼ ਗੁਰਬਾਣੀ ਵਿੱਚ ਲਿਖਿਆ ਹੈ। ਈਵਨ ਸਾਡੇ ਲਈ ਨਹੀਂ, ਸਾਰੇ ਮਨੁੱਖਾਂ ਲਈ ਲਿਖਿਆ ਆ ਕਿ ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ ਰਹਾਉ। ਭਾਵ ਤੂੰ ਜਗਤ ਵਿੱਚ
ਸੁਣਨ ਤੇ ਪੜਨ ਵਾਸਤੇ ਆਏ ਆ। ਕੀ ਪੜਨ ਤੇ ਸੁਣਨ ਵਾਸਤੇ? ਬਾਣੀ। ਬਾਣੀ ਜਿਹੜਾ ਤੇਰੇ ਜੀਵਨ ਦਾ ਆਧਾਰ ਹੈ, ਜਿਹਨੂੰ ਤੂੰ ਕਹਿਣਾ ਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਹੁਣ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਕਿ ਨਾਮ ਨੂੰ ਭੁੱਲ ਗਿਆ, ਕਿਉਂਕਿ ਬਾਣੀ ਹੀ ਨਾਮ ਹੈ, ਨਾਮ ਹੀ ਬਾਣੀ ਹੈ, ਬਾਣੀ ਵਿੱਚ ਹੀ ਨਾਮ ਅੰਮ੍ਰਿਤ ਹੈ। ਤੇ ਜੇ ਬਾਣੀ ਨੂੰ ਵਿਸਾਰ ਦਿੱਤਾ ਤੇ ਫਿਰ ਤੂੰ ਬਾਣੀ ਨੂੰ ਵਿਸਾਰ ਕੇ ਹੋਰ ਪਾਸੇ ਫਸੇਗਾ, ਹੋਰ ਲਾਲਚਾਂ 'ਚ ਫਸੇਗਾ। ਤੇ ਉਹਨਾਂ ਲਾਲਚਾਂ ਵਿੱਚ ਫਸੇਗਾ ਜਦੋਂ ਤੂੰ ਬਾਣੀ ਨੂੰ ਛੱਡ ਕੇ, ਫਿਰ ਤੇਰਾ ਜਨਮ ਅਜਾਈ ਚਲਾ ਜਾਏਗਾ, ਬਿਰਥਾ ਵਿਅਰਥ। ਦੂਸਰਾ ਪ੍ਰਮਾਣ ਸਤਿਗੁਰੂ ਜੀ ਦਾ ਹੈ, ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਹੁਣ ਗੁਰਬਾਣੀ ਨੂੰ ਗਾਉਣਾ ਹੈ, ਗਾ ਗਾ ਕੇ ਗੁਰਬਾਣੀ ਨੂੰ ਪੜ੍ਹਨਾ ਹੈ, ਤੇ ਗਾਇਆ ਜਾਂਦਾ ਹੈ ਚਾਅ ਨਾਲ, ਅੰਦਰੋਂ ਉਮੰਗ ਨਾਲ, ਪ੍ਰੀਤ ਨਾਲ। ਸੋ ਅਸੀਂ ਇਹ ਸਿੱਖਣਾ ਆ ਗੁਰੂ ਸਾਹਿਬ ਤੋਂ ਬਾਣੀ ਕਿਵੇਂ ਪੜ੍ਹਨੀ। ਨੁਕਤੇ ਵੀ ਸਾਨੂੰ ਗੁਰਬਾਣੀ ਵਿੱਚੋਂ ਹੀ ਸਮਝ ਆਉਣਗੇ। ਅਗਲਾ ਹੈ ਅੰਡਰਸਟੈਂਡਿੰਗ ਗੁਰਬਾਣੀ। ਫਿਰ ਕੇਵਲ ਪੜ੍ਹਨ ਸੁਣਨ ਤੱਕ ਹੀ ਨਹੀਂ, ਉਹਨੂੰ ਸਮਝਣਾ ਵੀ ਹੈ। ਸਤਿਗੁਰੂ ਜੀ ਪਾਵਨ ਬਾਣੀ ਵਿੱਚ ਹੀ ਕਹਿੰਦੇ ਨੇ ਕਿ ਵੇਦ ਕਰੇ ਵਖਿਆਨ, ਅੰਤ ਨਾ ਪਾਵਣਾ। ਵੇਦ ਤੋਂ ਭਾਵ ਹੈ ਧਾਰਮਿਕ ਗ੍ਰੰਥ। ਇੱਥੇ ਭਾਵ ਅਰਥ ਦਾ ਇਹ ਹੋਏਗਾ। ਵੈਸੇ 4 ਵੇਦ ਨੇ, ਤੇ ਵੇਦ ਦੇ ਦੂਜੇ ਅਰਥ ਗਿਆਨ ਵੀ ਹੁੰਦੇ ਨੇ। ਭਾਵ ਧਾਰਮਿਕ ਪੁਸਤਕ, ਵੇਦ ਪੁਰਾਣ ਆਦਿ ਇਤਿਹਾਸ ਕਹਿ ਲਓ, ਉਹ ਵਿਖਿਆਨ ਕਰ ਕਰਕੇ ਸਮਝਾ ਰਹੇ ਨੇ, ਵਿਖਿਆਨ ਕਰ ਰਹੇ ਨੇ, ਪਰ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਇੱਕ ਥਾਂ ਤੇ ਹੋ ਰਿਹਾ। ਦੂਜਾ ਭਾਵ ਇਹ ਵੀ ਹੈ ਕਿ ਵੇਦਾਂ ਤੇ ਪੁਰਾਣਾਂ ਨੂੰ ਕੇਵਲ ਪੜ੍ਹ ਕੇ ਤੇ ਵਿਖਿਆਨ ਕਰਕੇ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਔਰ ਸਤਿਗੁਰਾਂ ਨੇ ਇੱਕ ਥਾਂ ਤੇ ਹੋਰ ਬਖਸ਼ਿਸ਼ ਕੀਤੀ। ਉਥੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਦੇ ਅੰਤ ਨੂੰ ਕੋਈ ਪਾ ਨਹੀਂ ਸਕਿਆ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਆਦਿ ਵੀ ਨਹੀਂ ਪਾ ਸਕਦੇ, ਇਹ ਵੇਦ ਵੀ ਨਹੀਂ ਪਾ ਸਕੇ। ਸਤਿਗੁਰੂ ਜੀ ਨੇ ਰਹਿਮਤ ਕੀਤੀ। ਸਤਿਗੁਰੂ ਕਹਿੰਦੇ ਨੇ ਦੇਖੋ ਤੇਰਾ ਅੰਤ ਕੋਈ ਨਹੀਂ ਪਾ ਸਕਦਾ, ਪਰ ਤੈਨੂੰ ਸਮਝ ਕੇ ਤੇਰੇ ਵਿੱਚ ਲੀਨ ਹੋਇਆ ਜਾ ਸਕਦਾ ਹੈ। ਜਿੱਤ ਕਹੀਏ ਤੂੰ ਕਿੱਡਾ ਕੁ ਵੱਡਾ ਜਾਂ ਦੱਸ ਦਈਏ, ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਇੰਨਾ ਵੱਡਾ ਹੋ ਹੀ ਨਹੀਂ ਸਕਦੇ ਅਸੀਂ ਜਿੰਨਾ ਵੱਡਾ ਉਹ ਹੈ। ਤੇ ਉਹਨੂੰ ਸਮਝਣ ਵਾਸਤੇ ਉਸ ਅਵਸਥਾ ਤੇ ਹੋਣਾ ਪਵੇਗਾ, ਉਹਨਾਂ ਵੱਡਾ ਹੋਣਾ ਪਵੇਗਾ। ਔਰ ਅਸੀਂ ਕਿਵੇਂ ਦੱਸ ਸਕਦੇ ਜਿੱਥੋਂ ਤੱਕ ਸਾਡੀ ਨਜ਼ਰ ਹੀ ਨਹੀਂ ਜਾਂਦੀ। ਸਤਿਗੁਰੂ ਜੀ ਨੇ ਰਹਿਮਤ ਕੀਤੀ। ਸਤਿਗੁਰੂ ਕਹਿੰਦੇ ਵੇਦ ਕਰੇ ਵਖਿਆਨ, ਅੰਤ ਨਾ ਪਾਵਨਾ। ਪੜ੍ਹਿਐ ਨਾਹੀ ਭੇਦ, ਕੇਵਲ ਪੜ੍ਹਨ ਨਾਲ ਭੇਦ ਸਮਝ ਨਹੀਂ ਆਉਂਦਾ। ਬੁੱਝਿਐ ਪਾਵਨਾ, ਬੁੱਝਣ ਨਾਲ, ਸਮਝਣ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਨਿਰਭਉ ਸਦਾ ਦਿਆਲ ਹੈ। ਇਹ ਅਗਲਾ ਪ੍ਰਮਾਣ ਹੈ। ਵੱਖ-ਵੱਖ ਪ੍ਰਮਾਣ ਲਏ ਨੇ। ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਉਹ ਨਿਰਭਉ ਆ ਵਾਹਿਗੁਰੂ ਜੀ, ਦਿਆਲੂ ਆ ਵਾਹਿਗੁਰੂ ਜੀ, ਸਦਾ ਹੀ ਦਿਆਲੂ, ਔਰ ਸਾਰਿਆਂ ਦੀ ਸਾਰ ਸੰਭਾਲ ਵੀ ਕਰਦਾ ਹੈ। ਪਰ ਸਤਿਗੁਰੂ ਕਹਿੰਦੇ ਨਾਨਕ ਗੁਰਮੁਖ ਬੂਝੀਐ, ਪਾਈਐ ਮੋਖ ਦੁਆਰ। ਪਰ ਤੈਨੂੰ ਮੁਕਤੀ ਤਾਂ ਮਿਲੇਗੀ, ਮੋਕਸ਼ ਦਾ ਦਰਵਾਜ਼ਾ ਤਾਂ ਮਿਲੇਗਾ, ਤੇਰੇ ਬੰਧਨਾਂ ਤੋਂ ਛੁਟਕਾਰਾ ਤੇਰਾ ਤਾਂ ਹੋਏਗਾ ਜੇ ਤੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਬੁੱਝੇਗਾ, ਸਮਝੇਗਾ। तो भाव अंडरस्टैंडिंग गुरबाणी। नानक गुरमुख बूझिए पाइए मोख दुआर। अगे सतगुरु जी कहते ने फॉलोइंग गुरबाणी, फॉलो करना गुरबाणी नूं, भाव गुरबाणी अनुसार जीवना।
तो सतगुरु जी का यह शब्द असी सारे सुनते हैं, गुरसिख मीत चलो गुर चाली। गुरु दी जो चाल है, जो भी गुरु तेनू तोरना चाहता है, उस ढंग नाल तुर। गुरसिख मीत का मतलब गुरसिख मीत है मित्र, गुरसिख मित्र। चलो गुरु चाली, चलो गुरु चाली तो भाव है गुरु की चाल विच। जो गुर कहे सोई भाल मानो। गुरु जो भी कह रहे तेरे भले लिए कह रहे। सतगुरु जी कहते जो गुर कहे सोई भल मानो, हार हार कथा निराली। कहते जो गुरु कह रहे हो भला करके मन लो, तेरे भले ਲਈ आ ते हरि परमात्मा की कथा बड़ी निराली, न्यारी, वखरी। अगे सतगुरु जी ने रहमत की, इस गुरबाणी नूं असी समझना है, गुरबाणी नूं पढ़ना है, गुरबाणी नूं जिउना है, गुरबाणी अनुसार ही होना है। अगे हुण मैं एक सवाल करदा हां आप सारे बच्चों के लिए कि गुरबाणी की लिपि किहड़ी है ते गुरबाणी की भाषा किहड़ी है। ये दो सवाल ने, कोई बच्चा दसेगा जी? हाँ जी, हाँ जी, 3-4 हैंड रेज होए ने जी, तो प्लीज दसना। वाहिगुरु जी का खालसा वाहिगुरु जी की फतेह। हाँ जी, वह खालसा वाहिगुरू जी की फतेह जी। हाँ जी, गुरबाणी की लिपि किहड़ी है जी? वाहिगुरु जी का खालसा वाहिगुरु जी की फतेह। हाँ जी, गुरबाणी दी लिपि गुरमुखी हाँ जी, एंड ते गुरबाणी दी भाषा, भाषा संस्कृत। भाषा किहड़ी है जी? संस्कृत। हाँ चलो ठीक है जी। अच्छा मैं दस दिता जी, लिपि बहुत वधिया, बड़ा सोहना तुसीं दस्सिया भी लिपि जिहड़ी आ वो है गुरमुखी। ये गुरमुखी लिपि जिहड़ी आ ਉਹਦੇ ਚ ਸਾਰੀ ਬਾਣੀ ਲਿਖੀ ਗਈ ਹੈ। ਤੇ ਲਿਪੀ ਕੀ ਹੁੰਦੀ ਆ? ਲਿਪੀ ਹੁੰਦੀ ਆ ਉਹ ਚਿੰਨ ਜਿਹਦੇ ਨਾਲ ਅਸੀਂ ਲਿਖ ਕੇ ਸ਼ਬਦ ਬਣਾਉਨੇ ਹਾਂ। ਉਹ ਸ਼ਬਦ ਭਾਸ਼ਾ ਕਿਸੇ ਦਾ ਵੀ ਹੋ ਸਕਦਾ ਹੈ। ਜਿਵੇਂ ਅਸੀਂ ਹੁਣ WhatsApp ਤੇ ਮੈਸੇਜ ਕਰਦੇ ਆ ਨਾ, ਤੇ ਕਈ ਵਾਰ ਇੰਗਲਿਸ਼ ਵਿੱਚ ਲਿਖ ਰਹੇ ਹੁੰਦੇ ਆ, ਪਰ ਲਿਖ ਰਹੇ ਹੁੰਦੇ ਆ ਅਸੀਂ ਜਿਹੜੀ ਭਾਸ਼ਾ ਉਹ ਪੰਜਾਬੀ, ਪੰਜਾਬੀ ਚ ਅਸੀਂ ਲਿਖ ਦਿੰਦੇ ਆ, ਪਰ ਅੱਖਰ ਵਰਤਦੇ ਆ ਅੰਗਰੇਜ਼ੀ, ਉਹਨੂੰ ਰੋਮਨ ਕਹਿੰਦੇ ਅਸੀਂ। ਇਸੇ ਤਰ੍ਹਾਂ ਗੁਰਮੁਖੀ ਲਿਪੀ ਆ, ਪਰ ਭਾਸ਼ਾ ਇੱਕ ਨਹੀਂ ਗੁਰਬਾਣੀ ਦੀ। ਭਾਸ਼ਾ ਕੀ ਨੇ ਜੀ? ਕਈ ਭਾਸ਼ਾਵਾਂ ਨੇ। ਇਹਦੀ ਗਿਣਤੀ ਕੁਝ ਵਿਦਵਾਨ 35 ਕਹਿੰਦੇ ਆ, ਕੋਈ 32 ਕਹਿੰਦਾ ਆ, ਪੂਰਨ ਰੂਪ ਚ ਗਿਣਤੀ ਹੋ ਵੀ ਨਹੀਂ ਸਕੀ ਹੈ। ਪਰ ਅਸੀਂ ਇਹਨੂੰ ਇਹ ਕਰੀਏ ਵੀ ਕਈ ਭਾਸ਼ਾਵਾਂ ਨੇ, ਇੱਕ ਨਹੀਂ ਬਹੁਤ ਭਾਸ਼ਾਵਾਂ ਨੇ ਇਹਦੇ ਵਿੱਚ। ਇਹਦੇ ਵਿੱਚ ਸਹਿਸਕ੍ਰਿਤੀ ਹੈ, ਗਾਥਾ ਹੈ, ਉਹ ਵੀ ਆਪਣੇ ਆਪ ਚ ਇੱਕ ਭਾਸ਼ਾ ਹੈ, ਦੋ ਭਾਸ਼ਾਵਾਂ ਦਾ ਮੇਲ। ਫਿਰ ਉਸ ਤੋਂ ਬਾਅਦ ਇਹਦੇ ਵਿੱਚ ਮਰਾਠੀ ਹੈ, ਜਿੱਥੋਂ ਜਿੱਥੋਂ ਦੇ ਭਗਤ ਨੇ, ਮਹਾਰਾਸ਼ਟਰ ਦੇ ਨੇ, ਉਹ ਬੋਲੀ ਵੀ ਹੈ। ਵੱਖ-ਵੱਖ ਬੋਲੀਆਂ ਨੇ, ਵੱਖ-ਵੱਖ ਭਾਸ਼ਾਵਾਂ ਨੇ, ਕਈ ਭਾਸ਼ਾਵਾਂ ਨੇ। ਫਿਰ ਇਹਦੇ ਵਿੱਚ ਫਾਰਸੀ ਵੀ ਹੈ। ਤੋ ਵੱਖ-ਵੱਖ ਭਾਸ਼ਾਵਾਂ ਨੇ, ਉਹਨਾਂ ਦੀ ਗਿਣਤੀ ਪੂਰਨ ਰੂਪ ਵਿੱਚ ਕਿਸੇ ਨੇ ਦੱਸੀ ਨਹੀਂ। ਹੁਣ ਜਦੋਂ ਕਈ ਭਾਸ਼ਾਵਾਂ ਨੇ, ਲਿਪੀ ਸਾਡੇ ਕੋਲ ਹੈ ਗੁਰਮੁਖੀ, ਤੇ ਗੁਰਮੁਖੀ ਲਿਪੀ ਦੇ ਵਿੱਚ ਗੁਰੂ ਸਾਹਿਬਾਨ ਨੇ ਇਹ ਸਭ ਕੁਝ ਲਿਖਿਆ। ਹੁਣ ਗੁਰਮੁਖੀ ਲਿਪੀ ਦੇ ਜੀ ਅੱਖਰ ਕਿੰਨੇ ਨੇ? ਗੁਰਮੁਖੀ ਲਿਪੀ ਦੇ ਅੱਖਰ ਕਿੰਨੇ ਨੇ ਜੀ? ਹਾਂਜੀ ਚਲੋ ਸਮਾਂ ਲੱਗੇਗਾ, ਮੈਂ ਹੀ ਦੱਸ ਦਿੰਦਾ ਆ। ਚਲੋ ਹੱਥ ਖੜਾ ਕੀਤਾ ਤੇ ਦੱਸੋ ਜੀ, ਇੱਕ ਬੱਚਾ ਦੱਸ ਦਿਓ ਜੀ। ਹਾਂਜੀ 35 ਅੱਖਰ ਸਰ। ਹਾਂਜੀ ਹਾਂਜੀ 35। ਪਰ ਅੱਜ ਜਿਹੜੀ ਸਾਡੇ ਕੋਲ ਵਰਨਮਾਲਾ ਹੈ, ਉਹਦੇ ਅੱਖਰ ਕਿੰਨੇ ਨੇ? ਜੋ ਪੰਜਾਬੀ ਵਰਨਮਾਲਾ ਅੱਜ ਸਾਡੇ ਕੋਲ ਹੈ, ਉਹਦੇ ਅੱਖਰ ਕਿੰਨੇ ਨੇ? ਹਾਂਜੀ ਚਲੋ, ਗੁਰਮੁਖੀ ਦੇ ਵਿੱਚ ਅੱਖਰ ਨੇ 35। ਆ 35 ਅੱਖਰ ਨੇ ਗੁਰਮੁਖੀ ਦੇ, ਜਿਨ੍ਹਾਂ ਵਿੱਚ ਗੁਰੂ ਸਾਹਿਬਾਨਾਂ ਨੇ ਸਾਰੀ ਬਾਣੀ ਲਿਖੀ ਹੈ, ਇਹ 35 ਅੱਖਰਾਂ ਚ। ਔਰ ਜਦੋਂ ਪੱਟੀ ਲਿਖੀ ਉਹਦੇ ਚ ਵੀ 35 ਅੱਖਰ ਹੀ ਲਿਖੇ ਨੇ। ਪਰ ਬਾਅਦ ਵਿੱਚ
ਇਹਦਾ ਵਿਕਾਸ ਕੀਤਾ ਤੇ ਇਹਦੇ ਵਿੱਚ ਅੱਖਰ ਆ ਗਏ 5 ਹੋਰ। ਉਹ 5 ਅੱਖਰ ਨੇ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਸੱਜੇ ਪੈਰ ਬਿੰਦੀ ਤੇ ਫੱਫੇ ਪੈਰ ਬਿੰਦੀ। ਤੋ ਇਹ ਅੱਖਰ ਜਿਹੜੇ ਨੇ ਜਦੋਂ ਫਾਰਸੀ ਅੱਖਰਾਂ ਦਾ ਅਸੀਂ ਉਚਾਰਨ ਕਰਦੇ ਹਾਂ ਤੇ ਸਾਨੂੰ ਇਹ ਜ਼ਰੂਰੀ ਵਰਤਨੇ ਪੈ ਜਾਂਦੇ। ਇਸ ਲਈ ਇਹ ਅੱਖਰ ਜਿਹੜੇ ਨੇ, ਪਰ ਗੁਰਬਾਣੀ ਵਿੱਚ ਕਿਤੇ ਵੀ ਇਹ ਪੈਰ ਵਿੱਚ ਬਿੰਦੀ ਨਹੀਂ ਆਈ। ਉਹਨਾਂ ਸਮਿਆਂ 'ਚ ਇਹ ਅੱਖਰ ਜਿਹੜੇ ਨਾ ਉਹ ਨਹੀਂ ਸੀ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਭਾਸ਼ਾ ਵੱਖ-ਵੱਖ ਨੇ, ਪਰ ਲਿਪੀ ਹੈਗੀ ਉਹਦੇ ਵਿੱਚ ਗੁਰਮੁਖੀ। ਉਸ ਸਮੇਂ ਵੀ ਸਾਰੀਆਂ ਭਾਸ਼ਾਵਾਂ ਗੁਰੂ ਸਾਹਿਬਾਨ ਜਾਣਦੇ ਨੇ, ਸਿੱਖ ਵੀ ਉਹਨਾਂ ਤੋਂ ਜਾਣੂ ਨੇ। ਹੁਣ ਮੈਂ ਇੱਕ ਉਦਾਹਰਨ ਦਿੰਦਾ ਆਪ ਜੀ ਨੂੰ। ਜਿਵੇਂ ਹੁਣ ਸ਼ਬਦ ਤੁਸੀਂ ਪੜ੍ਹ ਲਏ ਆ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਹੁਣ ਲਿਖਿਆ ਕੀ ਹੈ ਜੀ? ਸ਼ੇਰ। ਨਾਨਕ ਅੱਜ ਕੱਲ ਆਵਸੀ, ਗਾਫਲ ਪਾਹੀ ਪੇਰ। ਠੀਕ ਹੈ ਜੀ। ਹੁਣ ਥੱਲੇ ਵਾਲਾ ਸ਼ਬਦ ਅਸੀਂ ਪੜ੍ਹਦੇ ਹਾਂ, ਦੋਏ ਸਿਰ ਮੰਗੂ ਚੂਨਾ, ਪਾਉ ਘਿਓ ਸੰਗ ਲੂਨਾ, ਅਧ ਸਿਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਿਵਾਲੇ। ਹੁਣ ਇੱਥੇ ਮੈਨੂੰ ਇਹ ਦੱਸੋ ਕਿ ਤੁਸੀਂ ਪਹਿਲੇ ਜੋ ਸ਼ੇਰ ਲਿਖਿਆ ਹੈ ਉਹ ਕੀ ਉਚਾਰਨ ਹੋਏਗਾ ਜੀ? ਹਾਂਜੀ, ਕੋਈ ਬੱਚਾ ਦੱਸ ਸਕਦਾ ਜੀ? ਇਹ ਨੁਕਤਾ ਹੈ ਗੁਰਬਾਣੀ ਦਾ। ਹਾਂਜੀ, ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਹਾਂਜੀ। ਜਿਹੜੇ ਸਾਡਾ ਪਹਿਲਾ ਸ਼ਬਦ ਆ ਇਹਦੇ ਵਿੱਚ ਰਾਰੇ ਨੂੰ ਔਂਕੜ ਪਈ ਆ, ਪਰ ਇੱਥੇ ਆਪਾਂ ਰਾਰੇ ਨੂੰ ਔਂਕੜ ਨਹੀਂ ਉਚਾਰੀ। ਹਾਂਜੀ, ਰਾਰੇ ਨੂੰ ਔਂਕੜ ਬੇਟੇ ਨਹੀਂ ਉਚਰਦੀ। ਇਹ ਵੀ ਇੱਕ ਨੁਕਤਾ ਆ। ਜਿੱਥੇ ਇੱਕ ਵਚਨ ਪੁਲਿੰਗ ਆ ਨਾ, ਉੱਥੇ ਅਖੀਰਲੇ ਅੱਖਰ ਨੂੰ ਔਂਕੜ ਲੱਗਦੀ ਹੈ ਗੁਰਬਾਣੀ ਦੇ ਵਿੱਚ। ਇਹ ਔਂਕੜ ਵਾਲਾ ਨੁਕਤਾ ਅਸੀਂ ਫੇਰ ਉਚਾਰਾਂਗੇ। ਅੱਜ ਮੈਂ ਸਿਰਫ ਨੁਕਤਾ ਜਿਹੜਾ ਬਿੰਦੀ ਵਾਲਾ ਆ, ਡਾਊਟ ਵਾਲਾ, ਉਹ ਹੀ ਅਸੀਂ ਕਰਾਂਗੇ। ਇਹ ਔਂਕੜ ਵਾਲਾ ਕਿਸੇ ਦਿਨ ਫੇਰ ਕਰਾਂਗੇ। ਔਂਕੜ ਮੈਂ ਤੁਹਾਨੂੰ ਦੱਸ ਦਿੰਦਾ ਵੀ ਔਂਕੜ ਜਿਹੜੀ ਲੱਗਦੀ ਆ ਨਾ, ਉਹ ਇੱਕ ਵਚਨ ਪੁਲਿੰਗ ਵਿੱਚ ਲੱਗਦੀ ਹੈ, ਇਸਤਰੀ ਲਿੰਗ ਵਿੱਚ ਨਹੀਂ ਲੱਗੇਗੀ। ਜਿਵੇਂ ਹੁਣ ਤੁਸੀਂ ਦੇਖੋ, ਦੋਏ ਸਿਰ ਮੰਗੂ ਚੂਨਾ। ਇੱਥੇ ਜਿਹੜਾ ਸਿਰ ਹੈ, ਸ਼ੇਰ ਹੈ ਨਾ, ਸ਼ੇਰ, ਸੱਸੇ ਲਾਮਾ ਵਾਲਾ ਸ਼ੇਰ। ਸ਼ੇਰ ਦਾ ਮਤਲਬ ਕਿਲੋ। ਅੱਜ ਕੱਲ ਜਿਹੜਾ ਆ ਉਹ ਅਸੀਂ ਕਿਲੋ ਕਹਿੰਦੇ, ਪੁਰਾਣੇ ਸਮੇਂ 'ਚ ਸ਼ੇਰ ਕਹਿੰਦੇ ਸੀ। ਤੇ ਪੁਰਾਣੇ ਸਮੇਂ ਦਾ ਜਿਹੜਾ ਸ਼ੇਰ ਸੀ ਉਹ 930 ਗ੍ਰਾਮ ਦਾ ਸੀ, ਕਿਲੋ ਤੋਂ ਥੋੜਾ ਘੱਟ ਹੁੰਦਾ ਸੀ, ਇੰਨਾ ਕੁ ਸੀ। ਹੁਣ ਇਹ ਕਹਿੰਦੇ ਵੀ ਦੋਏ ਸਿਰ ਦਾ ਮਤਲਬ 2 ਕਿਲੋ, ਅੱਜ ਦੇ ਹਿਸਾਬ ਨਾਲ ਲੈ ਲਈਏ ਤਾਂ 2 ਕਿਲੋ ਚੂਨਾ ਆਟਾ, ਪਾਓ ਘਿਓ ਸੰਗ ਲੂਣਾ, ਤੇ ਪਾਈਆ ਘਿਓ ਤੇ ਨਾਲ ਲੂਣ, ਤੇ ਅੱਧ ਸਿਰ। ਹੁਣ ਇੱਥੇ ਸ਼ੇਰ ਦੇ ਜਿਹੜਾ ਰਾਰੇ ਨੂੰ ਔਂਕੜ ਆ, ਉੱਪਰ ਔਂਕੜ ਨਹੀਂ ਆਇਆ, ਥੱਲੇ ਅੱਧ ਦੇ ਨਾਲ ਔਂਕੜ ਕਿਉਂ ਆਇਆ? ਹੁਣ ਇੱਥੇ ਦੇਖ ਲਓ ਤੁਸੀਂ। ਵੈਸੇ ਅੱਜ ਮੇਰਾ ਔਂਕੜ ਦਾ ਵਿਸ਼ਾ ਨਹੀਂ ਸੀ, ਪਰ ਤੁਸੀਂ ਕੁਐਸਚਨ ਕੀਤਾ। ਹੁਣ ਪਹਿਲਾਂ ਦੋਏ ਆ ਨਾ, ਤੋਂ ਬਹੁ ਵਚਨ ਹੋ ਗਿਆ, ਇੱਕ ਵਚਨ ਨਹੀਂ ਆ, ਤੋ ਔਂਕੜ ਨਹੀਂ ਆਇਆ। ਫਿਰ ਅੱਧ ਹੋ ਗਿਆ, ਇੱਕ ਵਚਨ ਹੋ ਗਿਆ, ਅੱਧਾ। ਅੱਧਾ ਅੱਧਾ ਜਿਹੜਾ ਹੈ ਉਹ ਅੱਧਾ ਪੁਲਿੰਗ ਆ, ਇੱਕ ਵਚਨ ਹੈ। ਤੇ ਇੱਥੇ ਕੀ ਆ ਗਿਆ? ਔਂਕੜ ਆ ਗਿਆ, ਹਨਾ। ਤੋ ਇਸ ਤਰ੍ਹਾਂ ਜਿਹੜਾ ਔਂਕੜ ਆ ਨਾ, ਉਹ ਇੱਕ ਗ੍ਰਾਮਰ ਆ। ਇਹ ਵੀ ਨੁਕਤਾ ਆ ਗੁਰਬਾਣੀ ਦਾ। ਪ੍ਰੋਫੈਸਰ ਸਾਹਿਬ ਸਿੰਘ ਨੇ ਗ੍ਰਾਮਰ ਲਿਖੀ, ਹੋਰ ਵਿਦਵਾਨਾਂ ਨੇ ਵੀ ਲਿਖੀ ਆ। ਔਰ ਇਹ ਜਿਹੜੇ ਨੇ ਬੋਲਦੇ ਨਹੀਂ ਅੱਖਰ, ਠੀਕ ਹੈ ਜੀ। ਪਰ ਇੱਥੇ ਜਿਹੜਾ ਅਸੀਂ ਉਚਾਰਨ ਕਰਨਾ ਆ ਵੀ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਹੁਣ ਇੱਥੇ ਸ਼ੇਰ ਆ ਵੀ ਜਦੋਂ ਚੰਗਾ ਕੰਮ ਕਰਨਾ ਹੁੰਦਾ ਆਲਸ ਕਰਦਾ ਆ। ਆਲਕ ਦਾ ਮਤਲਬ ਆਲਸ, ਸੌ ਜਾਂਦਾ ਆ ਜਾਂ ਆਲਸ ਕਰਦਾ ਆ, ਢਿੱਲਾ ਹੋ ਜਾਂਦਾ, ਸੁਸਤ ਹੋ ਜਾਂਦਾ ਆ। ਪਰ ਜਦੋਂ ਬੁਰਾ ਕੰਮ ਕਰਨਾ ਹੁੰਦਾ ਆ, ਬੁਰੇ ਕੰਮ ਵਾਸਤੇ ਸ਼ੇਰ ਬਣ ਜਾਂਦਾ ਹੈ। ਇੱਥੇ ਹੁਣ ਅਸੀਂ ਸ਼ੇਰ ਨਹੀਂ ਕਵਾਂਗੇ, ਸ਼ੇਰ। ਤੋ ਬਿੰਦੀ ਲੱਗੀ ਨਾ ਪੈਰ ਦੇ ਵਿੱਚ, ਲੱਗੀ ਨਹੀਂ ਗੁਰਬਾਣੀ ਵਿੱਚ,
पर असीं उच्चारण करांगे स्पष्ट करन दे लई। तो अगे अगे तुसीं देखो, जिवें हुण अगे है शब्द बलवंड खीवी नेक जन जित बहुती सौ पत्राली। फिर अगे आ गया जन पिसर पदर बिरादरा कस देश कस नेस दस्तंगीर। ये फारसी का शब्द है। उस तो बाद सुखमणि सुख अमृत प्रभ नाम भगत जना कै मन विश्राम। फिर जन नानक नाम आधार टेक है हर नामे ही सुख मंडा है। हुण सारे जन इक्को जे ने, ठीक है जी। उपर भी जज्जा नन्ना जानिया, थले भी जज्जा नन्ना जानिया। उदों थले जिहड़ा आ वो नन्ने नूं कन्ना लग गया आ ते थले फिर जज्जा नन्ना जानिया। पर इहदे उच्चारण वेले जो नुकता मैं अज आप जी नूं समझा दी, जिस नुकते की गल करनी असीं है, बलवंड नाम है, सते ते बलवंड दी वार है। खीवी माता खीवी जी, नेक नेक इत्थे जन, हुण माता खीवी वास्ते जन शब्द नहीं आ सकता। इत्थे इहदे पैर दे विच असीं नुकता लगावांगे ते इहनूं नासकी बोलांगे जन। जन का मतलब हुंदा आ औरत, इस्त्री। माता खीवी जी बलवंड जी कहते ने कि बड़े नेक इस्त्री ने। बलवंड खीवी नेक जन, ज पैर च बिंदी लग जाएगी। जिस बहुती सौ पत्राली, ठीक है जी। हुण पत्राली तो मतलब पत्तियां वाली, बड़ी गाढ़ी छां, भाव बड़े ठंडे सुभाव दे ने, चंगे सुभाव दे ने, नेक ने, सेवा वाले। हुण इत्थों अगे आ गया, अगे फिर जन, इत्थे भी इस्त्री है, इत्थे भी जज्जे दे पैर च बिंदी लगेगी। जन पिसर पदर बिरादरा कस नेस दस्तंगीर। जन का मतलब है इत्थे इस्त्री औरत, पिसर पुत्र, पदर फादर भाव पिता, ते बरादरा भरा, कस नेस दस्तंगीर कुछ भी सदा नाल निभण वाले नहीं, हाथ विच पकड़न वाले। दस्तंगीर सदा नाल रहण वाले, दस्तंगीर हुंदा हाथ विच आउण वाला, भाव सब कुछ नाल निभण वाले नहीं, इन्हां चों कुछ। अगे हुण तुसीं इत्थे जन शब्द बोलांगे सी, जन। अगे आ गया सुखमणि सुख अमृत प्रभ नाम भगत। हुण जना लिखिआ आ, हुण भगत जना, हुण इहदे उपर बिंदी लगेगी नन्ने दे कन्ने दे, भगत जना। जना हो गया बहुवचन, कै मन विश्राम, जना नहीं, जना। इसे तरह ये अगे आ गया जन, इत्थे जन का मतलब जानी है, जन का मतलब सेवक, ठीक है जी। एक वचन हो गया। तो जन नानक नाम आधार टेक है, इथे अपने आप नूं सतगुरु जी दास नानक कहंदे। जन का मतलब दास। अगे आ गया जी, हुण असीं पढ़दे हां एक ओंकार। हुण ये नुकता है, इहनूं हुण दस्सिया गया, सानूं ये नुकता समझाया गया भी एक ये जिहड़ा ओंकार है, नहीं ते स्वरूप विच ते सानूं एका ऊड़ा ही लगदा पिया ना, पर ये सानूं नुकता समझाया गुरबाणी पढ़न वालियां ने। असीं सिੱਖਿਆ कि ओंकार आ, इहदा स्वरूप पावन बाणी विच भी आया, जाप साहिब विच ही आउंदा है। ओंकार आद कथनी अनाद, उत्थे ओंकार शब्द आउंदा है। इसे तरह जदों असीं गुरबाणी पढ़दे हां ते ओंकार नां दे सरलेख हेठ एक बाणी आ, जिन्हों कई लोग दखनी ओंकार भी कह दिंदे ने। वैसे दखनी राग नाल संबंधित ते बाणी दा नाम आ ओंकार। हुण एक ओंकार, सतनाम करता पुरख निरभौ निरवैर अकाल मूरत अजूनी सहभंग
ਗੁਰ ਪ੍ਰਸਾਦ। ਹੁਣ ਮੂਰਤ ਦੇ ਤੱਤੇ ਨੂੰ ਸਿਹਾਰੀ ਆ, ਨਹੀਂ ਬੋਲਦੀ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਅੱਗੇ ਆ ਗਿਆ ਹੁਕਮ, ਜਪਜੀ ਸਾਹਿਬ ਚੋਂ ਮੈਂ ਕੋਸ਼ਿਸ਼ ਕੀਤੀ ਕੱਢਣ ਦੀ। ਹੁਕਮ ਇੱਥੇ ਹੁਣ ਕੀ ਬਣ ਗਿਆ, ਲਿਖਿਆ ਕਿ ਰਜਾਈ। ਰਜਾਈ ਕੀ ਹੁੰਦਾ ਆ, ਉੱਪਰ ਲੈਣ ਵਾਲੀ। ਪਰ ਇੱਥੇ ਸ਼ਬਦ ਹੈ ਫਾਰਸੀ ਦਾ, ਕਿਉਂਕਿ ਬਾਣੀ ਵਿੱਚ ਭਾਸ਼ਾਵਾਂ ਕਈ ਨੇ। ਹੁਣ ਇਹ ਫਾਰਸੀ ਦਾ ਸ਼ਬਦ ਹੈ ਰਜ਼ਾ। ਰਜ਼ਾ ਦਾ ਮਤਲਬ ਹੁੰਦਾ ਭਾਣਾ, ਹੁਕਮ। ਤੋ ਹੁਕਮ ਰਜ਼ਾਈ, ਉਹਦੀ ਰਜ਼ਾ ਵਿੱਚ ਉਹਦੇ ਹੁਕਮ ਨੂੰ ਮੰਨਣਾ, ਉਹਦੀ ਰਜ਼ਾ ਵਿੱਚ ਰਹਿਣਾ। ਜ਼ੱਜ਼ੇ ਦੇ ਪੈਰ ਚ ਜ਼ੱਜੇ ਦੇ ਪੈਰ ਚ ਬਿੰਦੀ ਜ਼ ਬੋਲੂਗਾ, ਜ਼। ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਅੱਗੇ ਹੁਣ ਅਗਲੀ ਤੁਕ ਦੇ ਵਿੱਚ ਹੈ ਗਾਵੈ ਕੋ ਦਾਤ ਜਾਣੇ। ਹੁਣ ਲਿਖਿਆ ਕਿ ਨਿਸ਼ਾਨ। ਨਿਸ਼ਾਨ ਤਾਂ ਨਹੀਂ ਹੁੰਦਾ, ਨਿਸ਼ਾਨ। ਅਸੀਂ ਨਿਸ਼ਾਨ ਕਹਿੰਦੇ ਆ ਨਾ ਜੀ, ਨਿਸ਼ਾਨ। ਸੱਸੇ ਦੇ ਪੈਰ ਚ ਬਿੰਦੀ ਲੱਗੇਗੀ, ਜਾਂ ਇਹਨੂੰ ਨਾਸਕੀ ਕਹਾਂਗੇ, ਨਾਸਕੀ ਉਚਾਰਨ ਕਰੋ, ਨਿਸ਼ਾਨ। ਠੀਕ ਹੈ ਜੀ। ਅੱਗੇ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ। ਇੱਥੇ ਹੁਣ ਲਿਖਿਆ ਕਿ ਗਾਵੇ ਕੋ ਗੁਣ ਵਡਿਆਈਆ। ਆੜੇ ਨੂੰ ਕੰਨਾ ਉੱਪਰ ਬਿੰਦੀ ਨਹੀਂ ਲੱਗੀ, ਪਰ ਹੁਣ ਕਿਉਂਕਿ ਇਹ ਬਹੁ ਵਚਨ ਆ, ਇਸ ਲਈ ਇੱਥੇ ਅਸੀਂ ਪੜਾਂਗੇ ਗਾਵੇ ਕੋ ਗੁਣ ਵਡਿਆਈਆਂ ਚਾਰ। ਵਡਿਆਈਆਂ ਦੀ ਗੱਲ ਹੋ ਰਹੀ ਹੈ। ਠੀਕ ਹੈ। ਤੋ ਆੜੇ ਦੇ ਉੱਪਰ ਜਿਹੜੀ ਬਿੰਦੀ ਉਹ ਲੱਗੇਗੀ। ਅੱਗੇ ਹੁਣ ਅਸੀਂ ਇੱਥੇ ਪੜ੍ਹਦੇ ਹਾਂ, ਲਿਖਿਆ ਕੀ ਹੈ ਦੇਦਾ ਦੇ ਲੈ ਦੇ ਥੱਕ ਪਾਹੇ। ਅਸੀਂ ਪੜ੍ਹਦੇ ਕੀ ਹਾਂ ਜੀ, ਦੇਂਦਾ ਦੇ ਲੈਂਦੇ ਥੱਕ ਪਾਹੇ। ਬਿੰਦੀ ਤੇ ਨਹੀਂ ਲੱਗੀ, ਪਰ ਅਸੀਂ ਲਗਾਉਣੇ ਆ, ਨਾਸਕੀ ਬੋਲਦੇ ਆ। ਸਾਨੂੰ ਪਤਾ ਦੇਦਾ ਨਹੀਂ, ਦੇਂਦਾ ਲਿਖਿਆ ਤੇ ਦੇਦਾ ਹੀ ਆ ਨਾ, ਜੇ ਅਸੀਂ ਬਿੰਦੀ ਤੋਂ ਬਿਨਾਂ ਬੋਲਾਂਗੇ। ਦੇਦਾ ਦੇ ਦਾ, ਹਨਾ। ਦੇਂਦਾ ਦੇ, ਇੱਥੇ ਲੈਂਦੇ ਲੈਂਦੇ ਥੱਕ ਪਾਹੇ। ਅੱਗੇ ਆ ਗਿਆ ਜੀ ਹੁਕਮੀ ਹੁਕਮ ਚਲਾਏ ਰਾਹ। ਹੁਣ ਦੇਖੋ ਦੋ ਜਿਹੜੇ ਜਿਨ੍ਹਾਂ ਨੂੰ ਅਸੀਂ ਮਾਤਰਾ ਕਹਿੰਦੇ ਆ, ਲਗਾ ਮਾਤਰਾਵਾਂ, ਉਹਦੇ ਚ ਔਂਕੜ ਤੇ ਸਿਹਾਰੀ, ਇਹ ਦੋ ਮਾਤਰਾ ਲਘੂ ਮਾਤਰਾ ਨੇ ਪੰਜਾਬੀ ਦੇ ਵਿੱਚ, ਜਾਂ ਗੁਰਮੁਖੀ ਦੇ ਵਿੱਚ ਕਹਿ ਲਓ। ਇਹ ਲਘੂ ਮਾਤਰਾ ਨੇ। ਇਹਨਾਂ ਨੂੰ ਬੋਲਣ ਵੇਲੇ ਅਸੀਂ ਲਮਕਾਉਂਦੇ ਨਹੀਂ, ਫਟਾਫਟ ਬੋਲਦੇ। ਬਾਕੀ ਸਾਰੀਆਂ ਮਾਤਰਾ ਲਮਕਦੀਆਂ ਨੇ। ਠੀਕ ਹੈ ਜੀ। ਜਿਵੇਂ ਅਸੀਂ ਬਿਹਾਰੀ ਬੋਲਦੇ ਹਾਂ, ਹੁਕਮੀ, ਮੀ ਮੰਮੀ ਬਿਹਾਰੀ ਮੀ ਬੋਲਿਆ ਨਾ ਜੀ, ਪਰ ਪਾਹੇ ਹਾਹੇ ਨੂੰ ਸਿਹਾਰੀ ਫਟਾਫਟ ਬੋਲਦੇ। ਇਸੇ ਤਰ੍ਹਾਂ ਔਂਕੜ ਅਸੀਂ ਫਟਾਫਟ ਬੋਲਦੇ, ਪਰ ਜਦੋਂ ਦਲੈਂਕੜ ਲੱਗ ਜੇ ਫਿਰ ਅਸੀਂ ਉਹਨੂੰ ਸਟ੍ਰੈਸ ਦੇ ਕੇ ਲਮਕਾ ਕੇ ਬੋਲਦੇ ਹਾਂ। ਹੁਣ ਇਹਨੂੰ ਰਾਹੂ ਬੋਲਣਾ ਹੋਵੇ, ਰਾਹੂ ਦੋ ਹੋ ਜਾਣ ਜੇ ਇਹਦੇ ਥੱਲੇ, ਤੇ ਰਾਹੂ ਬੋਲਾਂਗੇ। ਤੋ ਰਾਹੋ ਨਹੀਂ ਬੋਲਾਂਗੇ, ਇਹਨੂੰ ਹੂੜਾ ਨਹੀਂ, ਰਾ ਥੋੜਾ ਜਿਹਾ ਹਾਹੇ ਨੂੰ ਲਮਕਾ ਦੇਵਾਂਗੇ, ਕਿਉਂਕਿ ਇਹ ਲਘੂ ਮਾਤਰਾ ਹੈ, ਦੀਰਘ ਮਾਤਰਾ ਨਹੀਂ। ਦੀਰਘ ਮਾਤਰਾ ਬਾਕੀ ਨੇ, ਜਿਵੇਂ ਦੇ ਲਾਵਾਂ ਦੇ ਲਮਕਾ ਕੇ ਬੋਲਾਂਗੇ, ਦੈ ਦਲਾਵਾਂ ਦੈ। ਫਿਰ ਜੇ ਦੱਦੇ ਨੂੰ ਊੜਾ ਦੋ, ਕਨੋੜਾ ਦੋ, ਹਨਾ। ਪਰ ਜਦੋਂ ਦੱਦੇ ਨੂੰ ਸਿਹਾਰੀ ਦੇ, ਕੱਕੇ ਨੂੰ ਸਿਹਾਰੀ ਕੇ। ਹੁਣ ਕੱਕੇ ਨੂੰ ਸਿਹਾਰੀ ਕੇ ਨਹੀਂ ਕਵਾਂਗੇ, ਕਿ ਸੱਸੇ ਨੂੰ ਸਿਹਾਰੀ ਸੇ, ਇੰਜ ਬੋਲਾਂਗੇ। ਤੋ ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ, ਹਨਾ ਜੀ। ਹੁਣ ਆਖੈ, ਇੱਥੇ ਹੁਣ ਆਖੈ, ਹੁਣ ਲਿਖਿਆ ਕਿ ਆਖੈ। ਆਖੇ ਦਾ ਮਤਲਬ ਆਖਦਾ ਹੈ, ਤੇ ਅਸੀਂ ਕਵਾਂਗੇ ਹੁਣ ਗੱਲ ਕੀ ਹੋ ਰਹੀ ਆ, ਕਿ ਜੀਵ ਆਖਦੇ ਹਨ, ਆਖੈ ਬਿੰਦੀ ਲੱਗ ਗਈ ਨਾ ਜੀ, ਆਖੈ ਆਖਦੇ ਹਨ, ਮੰਗਹਿ ਮੰਗਦੇ ਹਨ, ਦੇ ਦੇ ਐ ਵਾਹਿਗੁਰੂ ਜੀ ਸਾਨੂੰ ਦੇ, ਸਾਨੂੰ ਦੇ। ਇਹਨੇ ਵੀ ਆਖੈ, ਆਖੇ ਦਾ ਮਤਲਬ ਆਖਦਾ ਹੈ। ਇੱਥੇ ਆਖੈ ਮੰਗਹਿ ਦੇ ਦੇ ਦਾਤ ਕਰੇ ਦਾਤਾਰ।
ਤੋਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ, ਹੁਕਮੀ ਹੁਕਮ ਚਲਾਏ ਰਾਹ। ਰਾਹੋ ਹੋ ਕਵਾਂਗੇ ਜਦੋਂ ਹੋ ਤੇ ਫਿਰ ਉਹ ਦੀਰਘ ਹੋ ਜਾਏਗਾ, ਔਂਕੜ ਨਹੀਂ ਰਹਿਣੀ। ਔਂਕੜ ਦਾ ਉਚਾਰਨ ਜੇ ਕਰਨਾ ਵੀ ਹੈ ਤਾਂ ਲਮਕਾ ਦਿਓ, ਰਾਹ। ਅੱਗੇ ਆ ਗਿਆ। ਹੁਣ ਇਹਨੂੰ ਅਸੀਂ ਆਮ ਤੌਰ ਤੇ ਮੋਹ ਕੇ ਬੋਲਣ ਨੂੰ ਬੋਲੀਏ ਕਹਿ ਦਿੰਦੇ ਹਾਂ, ਮੈਂ ਬਹੁਤ ਬੱਚਿਆਂ ਤੋਂ ਸੁਣਿਆ। ਇਹ ਹੈ ਮੂੰਹੋਂ, ਮੂੰਹ ਤੋਂ। ਮਾਮੇ ਔਂਕੜ ਆਹੀ ਨੂੰ ਘਨੋੜਾ। ਕੇ ਬੋਲਣ ਬੋਲੀ ਹੈ, ਮੂੰਹ ਤੋਂ। ਇੱਥੇ ਹੁਣ ਕੇ ਕੀ ਬੋਲਣਾ ਹੈ? ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਜਿਹਨੂੰ ਸੁਣ ਕੇ ਵਾਹਿਗੁਰੂ ਜੀ ਸਾਨੂੰ ਪਿਆਰ ਕਰਨ। ਅੱਗੇ ਹੁਣ ਅਸੀਂ ਅੰਮ੍ਰਿਤ ਨੂੰ ਜਦੋਂ ਬੋਲਦੇ ਹਾਂ ਉੱਥੇ ਅਸੀਂ ਅੰਮ੍ਰਿਤ ਕਹਿ ਦਿੰਦੇ ਹਾਂ, ਪਰ ਆੜੇ ਟਿੱਪੀ, ਮੰਮੀ ਨੂੰ ਸਿਹਾਰੀ ਔਰ ਪੈਰ ਚਰਾ ਰਿਹਾ ਆ। ਹੁਣ ਇਹ ਇੱਕ ਅਸੂਲ ਆ ਗੁਰਮੁਖੀ ਦੇ ਵਿੱਚ ਕਿ ਜਿਹੜੀ ਮਾਤਰਾ ਲੱਗੀ ਹੈ ਕਿਸੇ ਅੱਖਰ ਨੂੰ, ਤੇ ਜੇ ਉਸ ਅੱਖਰ ਦੇ ਪੈਰ ਵਿੱਚ ਕੋਈ ਅੱਖਰ ਹੈ ਤੇ ਮਾਤਰਾ ਉਸ ਅੱਖਰ ਨੂੰ ਲੱਗ ਜਾਂਦੀ। ਇਹਨੂੰ ਦੂਜੇ ਸ਼ਬਦਾਂ 'ਚ ਇਹ ਕਹਿ ਲਓ, ਜਿਹੜਾ ਨਿਮਰਤਾ ਚ ਆ ਕੇ ਪੈਰਾਂ 'ਚ ਪੈ ਗਿਆ ਉਹ ਲੈ ਗਿਆ। ਜਿਹੜਾ ਪੈਰਾਂ 'ਚ ਪੈ ਗਿਆ ਨਾ ਉਹ ਲੈ ਗਿਆ, ਮਾਤਰਾ ਉਹ ਲੈ ਜਾਂਦਾ। ਹੁਣ ਇੱਥੇ ਰਿਤ, ਅੰਮ੍ਰਿਤ, ਮ੍ਰਿਤ ਸਿਹਾਰੀ ਲੱਗੇਗੀ ਅੱਧੇ ਰਾਰੇ ਨੂੰ, ਮ੍ਰਿਤ ਅੰਮ੍ਰਿਤ। ਇਹਨੂੰ ਬੋਲਾਂਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ। ਹੁਣ ਵਿਚਾਰ ਬਿਹਾਰੀ ਹੈ ਨਾ, ਇਸ ਕਰਕੇ ਅਸੀਂ ਇਹਨੂੰ ਸਟ੍ਰੈਸ ਦੇ ਕੇ ਬੋਲਾਂਗੇ, ਦੀਰਘ ਮਾਤਰਾ ਆ ਵਿਚਾਰ। ਜੇ ਸਿਹਾਰੀ ਹੁੰਦਾ ਫਿਰ ਹੁੰਦਾ ਸੀ ਵਿਚਾਰ, ਤੋ ਇਹ ਹੈ ਵਿਚਾਰ। ਹੁਣ ਅੱਗੇ ਸਤਿਗੁਰੂ ਜੀ ਕਹਿੰਦੇ ਆਪੇ ਆਪ ਨਿਰੰਜਨ ਸੋਏ। ਇੱਥੇ ਅਸੀਂ ਕਈ ਵਾਰ ਨਰੰਜਨ ਕਹਿ ਦਿੰਦੇ ਆ, ਹਨਾ, ਨਿਰੰਜਨ ਸੋਏ। ਨੰਨੇ ਨੂੰ ਸਿਹਾਰੀ ਹੈ ਉਹ ਮਾਤਰਾ ਬੋਲੇਗੀ। ਨਿਰ, ਹੁਣ ਸ਼ਬਦ ਹੈ ਨਿਰ, ਨਿਰ ਮਤਲਬ ਬਿਨਾ। ਅੰਜਨ ਕਾਲਕ ਆੜਾ ਸਾਇਲੈਂਟ ਹੈ ਇਹਦੇ ਵਿੱਚ, ਕਿਉਂਕਿ ਨਿਰੰਜਨ ਹੀ ਬੋਲਦੇ ਨਾ ਅਸੀਂ। ਤੋ ਇੱਥੇ ਹੁਣ ਨਿਰੰਜਨ ਅੰਜਨ ਤੋਂ ਬਿਨਾ, ਕਾਲਕ ਤੋਂ ਬਿਨਾ, ਮਾਇਆ ਦੇ ਮੂੰਹ ਤੋਂ ਬਿਨਾ ਉਹ ਆਪਣੇ ਆਪ ਹੀ ਹੈ। ਅੱਗੇ ਹੁਣ ਇੱਥੇ ਜਿਹੜੀ ਅਸੀਂ ਬਿੰਦੀ ਲਗਾ ਦਿੰਦੇ ਹਾਂ ਅਗਲੇ ਪਾਸੇ, ਜਿਹੜਾ ਅਗਲੀ ਪੰਕਤੀ ਹੈ ਨਾ, ਇਹਨੂੰ ਕਈ ਬੱਚੇ ਬੋਲਦੇ ਨੇ ਗੁਰਾਂ। ਗੁਰਾਂ ਨਹੀਂ, ਇੱਥੇ ਬਿੰਦੀ ਲਗਾਉਣੀ ਨਹੀਂ, ਜੇ ਲਗਾ ਦਿੱਤੀ ਤਾਂ ਗੜਬੜ ਹੋ ਜਾਏ। ਇਹ ਹੈ ਗੁਰਾ, ਇੱਕ ਵਚਨ ਹੈ। ਗੁਰੂ ਲਈ ਆਖਿਆ, ਹੇ ਗੁਰੂ ਗੁਰਾ ਇੱਕ ਦੇ ਬੁਝਾਈ, ਮੈਨੂੰ ਇਹ ਗੱਲ ਸਮਝਾ ਦੇ, ਇੱਕ ਸਮਝ ਦੇ ਦੇ ਮੈਨੂੰ। ਤੇ ਅੱਗੇ ਅਗਲੀ ਪੰਕਤੀ ਵਿੱਚ ਹੁਣ ਸਭਨਾ ਜੀਆ ਲਿਖਿਆ, ਤਾਂ ਸਭਨਾ ਜੀਆ ਲਿਖਿਆ ਨਾ, ਪਰ ਅਸੀਂ ਕਹਾਂਗੇ ਸਭਨਾ ਕਿਉਂਕਿ ਬਹੁਵਚਨ ਆ, ਇਸ ਕਰਕੇ ਨੰਨੇ ਦੇ ਜਿਹੜਾ ਕੰਨਾ ਆ ਉਹਦੇ ਉੱਪਰ ਬਿੰਦੀ ਲੱਗ ਜਾਏਗੀ ਸਭਨਾ। ਸਭਨਾ ਮਤਲਬ ਸਾਰੇ, ਸਭਨਾ ਨਹੀਂ, ਸਭਨਾ ਤੇ ਸਭਨਾ ਇਹਦੇ ਵਿੱਚ ਫਰਕ ਹੈ ਨਾ। ਸਭਨਾ ਦਾ ਮਤਲਬ ਸਾਰਿਆਂ, ਇੱਥੇ ਜੀਆ ਕਹਿ ਦਿੱਤਾ ਤੇ ਜਿੰਦ ਹੋ ਗਈ ਜੀਆ, ਪਰ ਇੱਥੇ ਜੀਆਂ ਮਤਲਬ ਸਾਰੇ ਜੀਵਾਂ ਦਾ। ਜੀਆਂ ਬਹੁਵਚਨ ਆ ਗਿਆ ਨਾ ਜੀ। ਸਭਨਾ ਜੀਆਂ ਕਾ ਇੱਕ ਦਾਤਾ। ਹੁਣ ਇੱਥੇ ਵੀ ਇੱਕ ਕਿਹਨੂੰ ਔਂਕੜ ਲੱਗੀ, ਔਂਕੜ ਨਹੀਂ ਬੋਲਦੀ। ਇੱਕ ਮਤਲਬ ਇਸ ਇੱਕ ਕਿਹਦੇ ਵਾਸਤੇ ਵਰਤਿਆ? ਪਰਮਾਤਮਾ ਲਈ। ਤੇ ਪਰਮਾਤਮਾ ਹੈ ਵੀ ਇੱਕ ਵਚਨ ਇੱਕ ਹੀ ਆ, ਤੇ ਨਾਲ ਪਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ। ਇਸ ਕਰਕੇ ਇੱਕ ਦੇ ਕੱਕੇ ਨੂੰ ਔਂਕੜ ਲੱਗ, ਇੱਕੋ ਹੀ ਆ, ਹੈ ਵੀ ਪੁਲਿੰਗ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅੱਗੇ ਸਤਿਗੁਰੂ ਕਹਿੰਦੇ ਤੀਰਥ। ਇੱਥੇ ਹੁਣ ਧਿਆਨ ਦੇਣਾ, ਤੀਰਥਾਂ ਤੇ ਨਹਾਉਣ ਦੀ ਗੱਲ। ਆਮ ਤੌਰ ਤੇ ਅਸੀਂ ਪਾਠ ਕਰਦੇ ਹੁੰਦੇ ਨਾਵਾਂ, ਨਾਵਾਂ ਨਹੀਂ, ਨਾਵਾਂ ਤੇ ਜਿਵੇਂ ਅਸੀਂ ਕਹਿੰਦੇ ਰਾਜੀ ਨਾਵਾਂ, ਤੇ ਉਹ ਪੁਲਿਸ ਵਾਲੇ ਕਹਿੰਦੇ ਹੁੰਦੇ ਵੀ ਰਾਜੀ ਤਾਂ ਹੋ ਗਏ, ਨਾਵਾਂ ਦੇ ਜੋ ਸਾਨੂੰ, ਪੈਸੇ ਦੇ ਜੋ। ਨਾਵਾਂ ਪੈਸੇ ਨੂੰ ਵੀ ਕਹਿੰਦੇ ਨਾ, ਪਰ ਇੱਥੇ ਹੈ ਨਾਵਾਂ। ਨੰਨੇ ਨੂੰ ਭਾਰੀ ਕਰਕੇ ਬੋਲਣਾ ਆ, ਨਹਾਉਣਾ ਨਾ, ਨਾਵਾਂ, ਨਾਵਾਂ ਨਹੀਂ। ਇਹ ਨੁਕਤਾ ਹੈ, ਧਿਆਨ ਰੱਖਣਾ। ਤੀਰਥ ਨਾਵਾਂ, ਜੇ ਤਿਸ ਭਾਵਾਂ, ਇੱਥੇ ਭਾਵਾ ਨਹੀਂ ਲਿਖਿਆ ਤੇ ਭਾਵਾ ਆ ਨਾ, ਅੱਬੇ ਕਿੰਨਾ ਵਾਵੇ ਕਿੰਨਾ। ਜੇ ਅਸੀਂ ਉਹਨੂੰ ਇਸੇ ਤਰ੍ਹਾਂ ਉਚਾਰਨ ਕਰਦੇ ਹਾਂ,
पर नुकता है भावा, क्योंकि उस वक्त बिंदी नूं बहुतांत विच नहीं सी वरतदे, पर पढ़दे उंज ही सन। हुण ध्यान देना, शेर नूं तां उदों शेर ही कहंदे सन ना, शेर तां नहीं कहंदे सन। खैर ਅਸੀਂ ਇਹਦੇ ਚ किंतु परंतु ਵੱਲ ਜਾਂ ਲੜਨ ਵੱਲ ਨਹੀਂ ਜਾਣਾ, ਕੇਵਲ ਸਮਝਣਾ, ਕਿਉਂਕਿ ਸਾਡਾ ਦੂਜਾ ਕੰਮ ਹੈ, ਪਹਿਲਾ ਕੰਮ ਹੈ ਬਾਣੀ ਨੂੰ ਪੜ੍ਹਨਾ ਤੇ ਸੁਣਨਾ, ਦੂਜਾ ਕੰਮ ਹੈ ਸਾਡਾ ਬਾਣੀ ਨੂੰ ਸਮਝਣਾ। ਤੇ ਸਮਝਣ ਵਾਸਤੇ ਸਾਨੂੰ, ਜਦੋਂ ਸਾਨੂੰ ਇਹ ਸਭ ਕੁਝ ਕਰਨਾ ਆ ਗਿਆ ਨਾ, ਫਿਰ ਬਾਣੀ ਦੀ ਸਮਝ ਆਪੇ ਆਏਗੀ। ਸਾਨੂੰ ਅਰਥ ਜੇ ਗ੍ਰਾਮਰ ਆ ਗਈ ਨਾ, ਸਾਨੂੰ ਸਮਝ ਲੱਗ ਜਾਏਗੀ ਇਹਦੇ ਅਰਥ ਆਹੀ ਬਣਦੇ। ਜੇ ਸਾਨੂੰ ਇਹ ਨੁਕਤਿਆਂ ਦਾ ਪਤਾ ਲੱਗ ਗਿਆ, ਪਤਾ ਲੱਗ ਜਾਏਗਾ ਇਹਦੇ ਅਰਥ ਆ ਬਣਦੇ। ਤੀਰਥ ਨਾਵਾਂ, ਹੁਣ ਨੰਨੇ ਨੂੰ ਭਾਰੀ ਕਰਕੇ ਨਾਵਾਂ, ਜੇ ਤਿਸ ਭਾਵਾਂ ਵਿਨ ਭਾਣੇ ਕੇ ਨਾਏ। ਇੱਥੇ ਨਾਏ ਨਹੀਂ ਕਹਿਣਾ, ਨਾਏ ਦਾ ਮਤਲਬ ਨਾਮ ਹੋ ਗਿਆ। ਨਾਏ, ਨਾਏ ਦਾ ਮਤਲਬ ਨਹਾਉਣਾ, ਤੀਰਥਾਂ ਤੇ ਨਹਾਉਣ ਦੀ ਗੱਲ ਹੈ। ਤੀਰਥਾਂ ਤੇ ਮੈਂ ਤਾਂ ਨਹਾਵਾਂ ਜੇ ਵਾਹਿਗੁਰੂ ਜੀ ਤੈਨੂੰ ਭਾ ਜਾਵਾਂ। ਇੱਥੇ ਭਾਵਾਂ ਵਿਨ ਭਾਣੇ ਕੇ ਨਾਏ, ਕਦੀ ਤੇਰੇ ਭਾਉਣ ਤੋਂ ਬਿਨਾ ਨਹਾ ਕੇ ਮੈਂ ਕੀ ਕਰਨਾ। ਫਿਰ ਨਹਾਉਣ ਦਾ ਕੀ ਫਾਇਦਾ ਜੇ ਤੈਨੂੰ ਭਾਉਂਦਾ ਹੀ ਨਹੀਂ। ਇਹੋ ਜਿਹਾ ਨਹਾਉਣਾ ਕਾਹਦਾ ਨਹਾਉਣਾ। ਅੱਗੇ ਆ ਇਹ ਤੇ ਹੁਣ ਨਵਾਂ, ਨਵਾਂ ਦਾ ਮਤਲਬ ਨਿਊ ਹੋ ਗਿਆ, ਪਰ ਇੱਥੇ ਨਵਾਂ, ਨਵਾਂ ਦਾ ਮਤਲਬ ਨੌ, ਨਵਾਂ ਬਿੰਦੀ ਲੱਗੇਗੀ ਨਵਾਂ, ਪਰ ਨਵਾਂ ਖੰਡਾ। ਇੱਥੇ ਖੰਡਾ ਆ, ਵੈਸੇ ਸ਼ਬਦ ਪੜੋਗੇ ਨਾ ਜੇ ਧਿਆਨ ਨਾਲ, ਇਹ ਖੰਡਾ ਆ। ਖੰਡਾ ਦਾ ਮਤਲਬ ਕੀ ਆ? ਖੰਡਾ ਜਿਵੇਂ ਕਿਰਪਾਨ ਖੰਡਾ, ਬਾਬਾ ਦੀਪ ਸਿੰਘ ਜੀ ਕੋਲ ਖੰਡਾ ਹੁੰਦਾ ਹੈ, ਉਹ ਖੰਡਾ ਨਹੀਂ। ਇਹਨੂੰ ਹੁਣ ਬਿੰਦੀ ਲਗਾਣੀ ਹੀ ਪਵੇਗੀ। ਖੰਡਾ, 9 ਖੰਡ ਪ੍ਰਿਥਵੀ ਦੇ ਨੇ, ਇਹਨੂੰ ਵਿਚਾਰਨਾ ਆ ਬਾਣੀ ਨੂੰ ਅਸੀਂ ਬੱਚਿਓ। ਨਵਾਂ ਖੰਡਾ, 9 ਖੰਡਾਂ ਵਿੱਚ ਖੰਡਾ ਇੱਥੇ ਲਾਣੀ ਹੀ ਪਏਗੀ ਸਾਨੂੰ, ਨਾਸਕੀ ਬੋਲਣਾ ਹੀ ਪਏਗਾ ਸਾਨੂੰ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਅੱਗੇ ਹੈ ਜੀ ਚੰਗਾ, ਇੱਥੇ ਨਾਉ। ਹੁਣ ਦੇਖੋ ਨਾਉ ਕਹਿ ਦਿੱਤਾ, ਨਾਉ ਤੁਸੀਂ ਨੰਨੇ ਕੇ ਨਾਉ ਉੜੀਓ ਕੁੜ ਨਾਉ। ਨਾਉ ਦਾ ਮਤਲਬ ਕਿਸ਼ਤੀ ਹੁੰਦੀ ਹੈ, ਬੇੜੀ, ਪਰ ਨਾਉ, ਨਾਉ ਦਾ ਮਤਲਬ ਨਾਮ। ਹੁਣ ਜੇ ਬਿੰਦੀ ਲਾਵਾਂਗੇ, ਨੁਕਤਾ ਲਾਵਾਂਗੇ ਨਾ, ਇਸ ਲਈ ਮੈਂ ਕਿਹਾ ਸੀ ਨਾ, ਇੱਕ ਨੁਕਤੇ ਨੇ ਮਹਿਰਮ ਸੇ मुजरम किया, हम दुआ करते रहे वह दगा पढ़ते रहे। तो इतने हुण नाव है, चंगा नाव रखाए कै जस कीरत जग ले। हुण अगे असी पढ़िए, इत्थे हुण की कहंदे ने कि ये भी असी आम तौर ते मैं पाठ बच्चों कोलों सुनदा हुन्ना, वो कहंदे सुनिए, सुनिए नहीं, ਇਹ ਹੈ ਜੀ ਸੁਣਿਆ। ਸੁਣਿਆ ਦਾ ਮਤਲਬ ਹੁੰਦਾ ਆ ਕਿ ਸੁਣਨ ਦੇ ਨਾਲ। ਸਮਾਂ ਵੀ ਹੋ ਗਿਆ ਆ, ਆਪਾਂ ਬਾਕੀ ਰਹਿੰਦੀ ਵਿਚਾਰ ਫਿਰ ਕਰ ਲਾਂਗੇ, ਆ ਪੂਰੀ ਕਰ ਦਿੰਦਾ ਆ। ਸੁਣਿਆ, ਸੁਣ तो किसे आ रही है ना, दीर्घ मात्रा नहीं है, सुनिए नहीं गा। सुनिया, सुनन दे नाल सिद्ध पीर सुरनाथ, सुनन दे नाल सिद्धां वाली, पीरां वाली, देवतियां वाली, नाथां वाली पदवी ते पहुंच जाईदा। अगे असी इहदे च पहला शुरू हुंदा ना उत्ते मन्ने एक लाइन, पर अगे सारे मन्ना है। हुण इत्थे असी मोहे चोटा ना खाए कह रहे, मोहे नहीं, मम्मी औंकड़ हाही दी सियारी जिहड़ी है अलग मात्रा, मूंह, मूंह ते मूंह, मन्ने मूंह, चोटा ना, मूंह ते चोटा नहीं खानियां पैंदियां, मोहे नहीं, मूंह, मोहे का मतलब मेरा, मोहे तो मेरा बन जाएगा, मोहे मरने का चाव है, मोहे है ना होते, मोहे नहीं कहना, मुंह चोटा ना खाए। अगे है जी जात रंगा, रंगा नहीं रंगा, बहुवचन है ना, इसलिए बिंदी लगेगी रंगा के। नाव, नाव नहीं नाम, नाम, नाम का मतलब ना, नन्ने दे कन्ने दे उत्ते बिंदी। जी जात रंगा के नाव सबना वाहिगुरू। अगे जिहड़ी अगली पंक्ति है, जो तुद भावै, जो मैं पंक्तियां सिलेक्ट कीतियां सारियां सेम नहीं है, सिर्फ सिलेक्ट कीतियां ने। जो तुद भावै, इत्थे हुण कई बार बच्चे पढ़ दिंदे साईं, साईं नहीं, इत्थे बिंदी लगनी नहीं, जे इत्थे लाती फिर प्रॉब्लम हो जानी। इत्थे साई, साई का मतलब सेम, ओहो ही, जो तैनूं पाउंदा ओही चंगा। जो तुद भावै साई
ਭਲੀ ਕਾਰ। ਫਿਰ ਇੱਕ ਪੰਕਤੀ ਅਸੀਂ ਪੜ੍ਹਦੇ ਹਾਂ, ਦੇ ਇਹਨੂੰ ਸਾਬਣ ਕਹਿ ਦਿੰਦੇ ਆ। ਇੱਥੇ ਹੁਣ ਦੀਰਘ ਮਾਤਰਾ ਹੈ, ਦੁੱਧ ਲੈਂਕੜ ਦੀਰਘ ਮਾਤਰਾ ਹੈ ਨਾ, ਲਘੂ ਮਾਤਰਾ ਨਹੀਂ, ਲਘੂ ਹੈ ਇੱਕ ਔਂਕੜ, ਪਰ ਇਹ ਦੀਰਘ। ਸਾਬੂਨ, ਹੁਣ ਇਹ ਲਮਕੇਗਾ, ਸਾਬੂਨ ਹੈ ਨਾ, ਸਾਬੂਨ, ਇਹਨੂੰ ਅਸੀਂ ਸਾਬੂਨ ਕਵਾਂਗੇ। ਲਈਐ ਉਹ ਊੜਾ ਖੁੱਲਾ, ਧੋਏ। ਅੱਗੇ ਭਰੀਐ ਮੱਤ, ਇਹਨੂੰ ਹੁਣ ਕਈ ਬੋਲਦੇ ਪਾਪਾ। ਹੁਣ ਕਈ ਤੇ ਆਪਣੇ ਪਿਤਾ ਜੀ ਨੂੰ ਪਾਪਾ ਬੋਲਦੇ, ਹੁਣ ਇੱਥੇ ਪਾਪਾ ਨਹੀਂ ਅਸੀਂ ਕਹਿਣਾ, ਇੱਥੇ ਬਿੰਦੀ ਲਾਉਣੀ ਹੀ ਪੈਣੀ ਹੈ। ਪਾਪਾ, ਪਾਪਾਂ ਦੀ ਗੱਲ ਆ, ਬਹੁਵਚਨ ਆ ਪਾਪ ਦਾ। ਇੱਥੇ ਬਿੰਦੀ ਤੋਂ ਬਿਨਾਂ ਤੁਸੀਂ ਉਚਾਰਨ ਕਰ ਹੀ ਨਹੀਂ ਸਕਦੇ, ਨਾਸਕੀ ਬੋਲੋਗੇ ਇਹਨੂੰ ਤੁਸੀਂ। ਭਰੀਏ ਮੱਤ ਪਾਪਾ, ਕਹਿ ਸੰਗ, ਪਾਪਾਂ ਨਾਲ ਭਰੀ ਹੋਈ ਮੱਤ, ਜਿਹੜੀ ਪਾਪਾਂ ਨਾਲ ਭਰੀ ਹੋਈ ਹੈ। ਸੰਗ ਦਾ ਮਤਲਬ ਨਾ। ਤੋਂ ਅੱਗੇ ਹੈ ਵੇਲ ਨਾ ਪਾਈਆ, ਇੱਥੇ ਹੈ ਪੰਡਤੀ, ਪੰਡਤੀ ਨਹੀਂ, ਪੰਡਤੀ ਤੇ ਪੰਡਤੀ ਦੇ ਵਿੱਚ ਫਰਕ ਕੀ ਹੈ? ਪੰਡਤੀ ਜਦੋਂ ਕਹਿੰਦੇ ਆ ਅਸੀਂ ਬਹੁਵਚਨ ਪੰਡਤ, ਇਹ ਪੰਡਤਾਂ ਨੇ, ਪੜ੍ਹਿਆ ਲਿਖਿਆ ਵਿਦਵਾਨਾਂ ਨੇ, ਵੇਲਾ ਨਹੀਂ ਸਮਝਿਆ। ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ, ਇੱਥੇ ਕਾਦੀਆਂ ਨਹੀਂ ਕਾਦੀਆਂ, ਉੱਤੇ ਬਿੰਦੀ ਲੱਗੇਗੀ। ਜੇ ਲਿਖਣ ਲੇਖ ਕੁਰਾਨ, ਜੇ ਕਿਤੇ ਉਹ ਸਮਝ ਲੈਂਦੇ ਤਾਂ ਕੁਰਾਨ ਵਿੱਚ ਲਿਖ ਦੇਣਾ ਸੀ ਉਹਨਾਂ ਨੇ, ਇੱਥੇ ਹੁਣ ਕਾਦੀਆਂ। ਤੋਂ ਅੱਜ ਜਿਹੜਾ ਅਸੀਂ ਨੁਕਤਾ ਆ ਨਾ, ਉਹੀ ਵਿਚਾਰਿਆ ਬਿੰਦੀ ਵਾਲਾ। ਇਸ ਤੋਂ ਅੱਗੇ ਜੇ ਕੋਈ ਸਬਬ ਬਣੇਗਾ ਤੇ ਅੱਗੇ ਗੁਰਬਾਣੀ ਦਾ ਕੋਈ ਹੋਰ ਨੁਕਤਾ ਲੈ ਕੇ ਆਪ ਜੀ ਦੇ ਸਨਮੁਖ ਆਵਾਂਗੇ। ਕੋਈ ਮੈਂ ਬਹੁਤ ਵੱਡਾ ਵਿਦਵਾਨ ਨਹੀਂ, ਆਪ ਬੱਚਿਆਂ ਨੂੰ ਪੜ੍ਹਾ ਕੇ ਸਿੱਖੇ, ਵੈਸੇ ਪੜ੍ਹਾਉਣ ਨਾਲ ਹੀ ਮੈਂ ਸਿੱਖਿਆ, ਜੋ ਕੁਝ ਸਿੱਖਿਆ ਆਪ ਬੱਚਿਆਂ ਨੂੰ ਸਮਝਾਉਂਦਾ ਰਹਿਣਾ ਹੈ ਤੇ ਨਾਲ ਨਾਲ ਆਪ ਵੀ ਸਮਝਦਾ। ਸੋ ਗੁਰੂ ਕਿਰਪਾ ਕਰੇ ਸਾਨੂੰ ਸਭਨਾਂ ਨੂੰ ਸਮਝਾਏ। ਪਰ ਇੱਕ ਬੇਨਤੀ ਕਰਾਂਗਾ ਕਿ ਸਮਝਣ ਦੀ ਕੋਸ਼ਿਸ਼ ਕਰੀਏ, ਲੜਨ ਦੀ, ਕਿਉਂਕਿ ਜਦੋਂ ਲੜਦੇ ਹਾਂ ਉਦੋਂ ਸਾਡੇ ਅੰਦਰ ਹੰਗਤਾ ਹੁੰਦੀ, ਹੰਕਾਰ ਹੁੰਦਾ, ਤੇ ਅੱਜ ਲੜਾਈਆਂ ਤੇ ਬਹੁਤ ਥਾਵਾਂ ਤੇ ਹੋਈ ਜਾਂਦੀਆਂ ਨੇ ਧਰਮ ਪਿੱਛੇ। ਸੋ ਗੁਰੂ ਕਿਰਪਾ ਕਰੇ ਸਾਰਿਆਂ ਤੋਂ ਜੋ ਮੈਂ ਅੱਜ ਆਪ ਜੀ ਨੂੰ ਗੁਰੂ ਦੀ ਰਹਿਮਤ ਨਾਲ ਦੱਸਣ ਜੋਗਾ ਹੋਇਆ ਸੀ, ਦੱਸਣ ਦੀ ਕੋਸ਼ਿਸ਼ ਕੀਤੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਨੇਕਾਂ ਗਲਤੀਆਂ ਰਹਿ ਜਾਂਦੀਆਂ, ਖਿਮਾ ਦਾ ਜਾਚਕ ਹਾਂ। ਸਮੂਹ ਐਜੂਕੇਟ ਪੰਜਾਬ ਪ੍ਰੋਜੈਕਟ ਦਾ, ਸਮੂਹ ਬੱਚਿਆਂ ਦਾ, ਕਲਾਸ ਲਾਉਣ ਵਾਲਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਉਹਨਾਂ ਨੇ ਸਾਨੂੰ ਬੜੇ ਸੋਹਣੇ ਤਰੀਕੇ ਗੁਰਬਾਣੀ ਦੇ ਨੁਕਤੇ ਦੱਸੇ। ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਦੇ ਨਾਲ ਆਪਣੇ ਵਿਚਾਰ ਪੇਸ਼ ਕੀਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਆਪ ਜੀ ਨੇ ਸਾਨੂੰ ਬਹੁਤ ਹੀ ਸਿੱਖਿਆ ਦਿੱਤੀ। ਵਾਹਿਗੁਰੂ ਜੀ, ਮੈਂ ਪੁੱਛਣਾ ਸੀ ਕਿ ਜੋ ਤੁਸੀਂ ਕਿਹਾ ਸੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਕਿਵੇਂ ਬੋਲਣਾ? ਹੁਕਮ ਮਤਲਬ ਹੁਕਮ ਦੇ ਵਿੱਚ ਰਜ਼ਾ ਦਾ ਮਤਲਬ ਜ਼ਜੇ ਦੇ ਪੈਰ ਚ ਬਿੰਦੀ ਲਾਈ ਸੀ ਨਾ ਆਪਾਂ, ਹੁਕਮ ਰਜ਼ਾਈ, ਰਜ਼ਾ, ਰਜ਼ਾ ਦੇ ਵਿੱਚ ਜੇ ਰਜਾਈ ਕਹਿ ਦੇਵਾਂਗੇ ਤੇ ਸਾਡੇ ਉੱਤੇ ਲੈਣ ਵਾਲੀ ਰਜਾਈ ਨਾ, ਤਾਂ ਇਹਦਾ ਭਾਵ ਅਰਥ ਹੈ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਣਾ ਇਹ ਸਾਡਾ ਕੰਮ ਹੈ। ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਣ ਨਾਲ ਹੀ ਅਸੀਂ ਸਚਿਆਰ ਹੋ ਸਕਦੇ ਹਾਂ। ਕਿਉਂਕਿ ਇਹ ਸ਼ੁਰੂ ਹੁੰਦੀ ਨਾ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲਖਵਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਪੁੱਛਿਆ ਪੁਕਨੋਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਨ ਲੱਖ ਹੋਏ ਤੇ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੈ ਪਾਲ। ਆਹ ਸਵਾਲ ਦਾ ਜਵਾਬ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਵੀ ਹੁਕਮ ਵਿੱਚ ਚੱਲਾਂਗੇ, ਉਹਦੀ ਰਜਾ ਵਿੱਚ ਰਵਾਂਗੇ ਤਾਂ ਸਚਿਆਰ ਹੋ ਸਕਾਂਗੇ। ਹਾਂਜੀ ਵਾਹਿਗੁਰੂ ਜੀ, ਗਾਵੇ ਕੋ ਦਾਤ ਜਾਣੈ ਨਿਸ਼ਾਨ ਵਾਲਾ ਦੱਸੋ। ਹਾਂ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਹੁਣ ਪਰਮਾਤਮਾ ਨੂੰ ਬਹੁਤ ਗਾ ਰਹੇ ਤੇ ਕਈ ਇਸ ਤਰ੍ਹਾਂ ਗਾਉਂਦੇ ਨੇ ਵੀ ਵਾਹਿਗੁਰੂ ਜੀ ਉਹਨਾਂ ਨੂੰ ਦਾਤਾਂ ਦੇ ਰਹੇ ਨੇ, ਜਿਨ੍ਹਾਂ ਨੂੰ ਉਹ ਦਾਤਾਂ ਨੂੰ ਨਿਸ਼ਾਨੀਆਂ ਮੰਨ ਕੇ ਗਾ ਰਹੇ ਨੇ ਕਿ ਵਾਹਿਗੁਰੂ ਜੀ ਨੇ ਮੈਨੂੰ ਪ੍ਰੇਮ ਸਰੂਪ, ਵਾਹਿਗੁਰੂ ਨੇ ਮੇਰੇ ਲਈ ਆ ਮੈਨੂੰ ਦਾਤਾਂ ਦਿੱਤੀਆਂ, ਇਹ ਨਿਸ਼ਾਨੀਆਂ ਨੇ ਉਹਦੀਆਂ ਪਿਆਰ ਦੀਆਂ, ਤੇ ਉਹਦੀਆਂ ਪਿਆਰ ਦੀਆਂ ਨਿਸ਼ਾਨੀਆਂ ਨੂੰ, ਉਹਦੀਆਂ ਦਾਤਾਂ ਨੂੰ ਨਿਸ਼ਾਨੀਆਂ ਸਮਝ ਕੇ ਉਹਨੂੰ ਗਾਉਂਦੇ ਨੇ, ਭਾਵ ਉਹਦੇ ਗੁਣ ਗਾਉਂਦੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂਜੀ,
ਵਾਹਿਗੁਰੂ ਜੀ, ਤੁਸੀਂ ਪੰਕਤੀ ਕਹੀ ਸੀ, ਵੇਦ ਕਹੇ ਵਖਿਆਨ ਅੰਤ ਨ ਪਾਵਨਾ, ਪੜੀਏ ਨਾਹੀ ਪੇਤ ਗੁਜੀਐ ਪਾਵਨਾ। ਹਾਂਜੀ ਇਹਦਾ ਮਤਲਬ ਹਾਂਜੀ, ਇੱਕ ਵਾਰ ਫਿਰ ਦੱਸੋਗੇ? ਹਾਂ ਇਹਦਾ ਮਤਲਬ ਇਹ ਹੈ ਪੁੱਤਰ ਵੀ ਵੇਦ ਜਿਹੜੇ ਨੇ ਧਰਮ ਦੇ ਗ੍ਰੰਥ ਨੇ ਉਹ ਵਿਖਿਆਨ ਕਰਦੇ ਪਏ। ਵਿਖਿਆਨ ਦਾ ਮਤਲਬ ਉਹ ਐਕਸਪਲੇਨ ਕਰਦੇ ਪਏ ਨੇ ਵਾਹਿਗੁਰੂ ਜੀ ਦੇ ਗੁਣਾਂ ਨੂੰ, ਵਾਹਿਗੁਰੂ ਜੀ ਦੇ ਵੱਡੇਪਨ ਨੂੰ, ਪਰ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਵੀ ਅੰਤ ਨਹੀਂ ਪਾ ਸਕੇ। ਠੀਕ ਹੈ ਜੀ। ਤੋ ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤਰੋ ਮਰਮ ਨਾ ਜਾਨਾ। ਉੱਥੇ ਹੈ ਨਾ ਵੀ ਸਨਕ ਸਨੰਦ ਸਨਾਤਨ ਕੁਮਾਰ ਵਰਗੇ ਨੇ, ਜਾਂ ਬ੍ਰਹਮਾ ਨਾ ਜਾਣੇ ਭੇਦ, ਹਨਾ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਮਹਿਮਾ ਨਾ ਜਾਣੇ ਵੇਦ, ਬ੍ਰਹਮਾ ਨਾ ਜਾਣੇ ਭੇਦ, ਹਨਾ। ਤੋ ਇਸ ਤਰ੍ਹਾਂ ਉਹਦੇ ਭੇਦਾਂ ਨੂੰ, ਉਹਦੇ ਅੰਤ ਨੂੰ ਕੋਈ ਪਾ ਨਹੀਂ ਸਕਦਾ। ਤੋ ਦੇਖੋ, ਵੇਦ ਕਰੇ ਵਖਿਆਨ ਅੰਤ ਨਾ ਪਾਵਣਾ, ਪੜ੍ਹੀਏ ਨਾ ਹੀ ਭੇਦ। ਹੁਣ ਸਤਿਗੁਰੂ ਕਹਿੰਦੇ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ, ਪੁਰਾਨਾ ਸੁਣੀਏ ਪੜ੍ਹੇ ਸੁਣੇ ਕਿਆ ਹੋਏ, ਜੋ ਸਹਿਜ ਨਾ ਮਿਲਿਓ ਸੋਈ। ਵੀਰ ਜੀ ਨੇ ਲਿਖ ਦਿੱਤਾ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਇਹ ਸ਼ਬਦ ਜਿਹੜਾ ਪੂਰਾ ਮੈਨੂੰ ਵਿਸਰ ਗਿਆ ਸੀ। ਮਹਿਮਾ ਨਾ ਜਾਣੇ ਵੇਦ, ਵੇਦ ਵੀ ਉਹਦੀ ਮਹਿਮਾ ਨੂੰ ਜਾਣ ਨਹੀਂ ਸਕੇ। ਬ੍ਰਹਮਾ ਨਹੀਂ ਜਾਣੈ ਭੇਦ, ਬ੍ਰਹਮਾ ਉਹਦੇ ਭੇਦ ਨੂੰ ਨਹੀਂ ਜਾਣ ਸਕਦਾ। ਬ੍ਰਹਮਾ ਜਿਵੇਂ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਜਿਹੜਾ ਬਣਿਆ। ਤੋ ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਉਹ ਬੇਅੰਤ ਆ। ਇਸੇ ਤਰ੍ਹਾਂ ਵੇਦ ਕਰੇ ਵਖਿਆਨ, ਹਨਾ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਖੁਸ਼ੀਆਂ। ਇੱਥੇ ਹੁਣ ਪੜ੍ਹਿਆ ਨਾ ਹੀ ਭੇਦ, ਕੇਵਲ ਪੜ੍ਹਨ ਨਾਲ ਸਮਝ ਨਹੀਂ ਆਉਣੀ, ਜਦੋਂ ਤੱਕ ਉਹ ਪੜ੍ਹੇ ਹੋਏ ਨੂੰ ਸਮਝਦੇ। ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਤੋ ਇੱਥੇ ਬੁੱਝਿਆ, ਬੁੱਝਣ ਨਾਲ, ਸੱਜੇ ਨੂੰ ਸਿਆਰੀ ਨਾ, ਬੁੱਝਿਆ ਪਾਵਨਾ, ਉਹਨੂੰ ਬੁੱਝ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਂਜੀ, ਅਗਲਾ ਹੈਂਡ ਰੇਜ਼ ਹੈ ਜੀ 1268 ਧਿਆਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਇਹ ਸੀ, ਜਿਵੇਂ ਗੁਰਬਾਣੀ ਦੇ ਵਿੱਚ ਆਪਾਂ ਐਗਜ਼ਾਮਪਲ ਦੇ ਤੌਰ ਤੇ ਲਈਏ ਨੇ, ਕਈ ਵਾਰ ਆਉਂਦਾ ਵਾ ਗੋੜੀ ਗੁਆਰੜੀ ਮਹੱਲਾ ਚੌਥਾ, ਤੇ ਮੱਕੀ ਚੌਥਾ ਤੇ ਅੰਕ, ਮੱਕੀ ਗੁਰਮੁਖੀ ਦਾ ਅੰਕ ਵੀ ਪਾਇਆ ਹੁੰਦਾ 4 ਤੇ ਨਾਲ ਲਿਖਿਆ ਹੁੰਦਾ ਚੌਥਾ, ਕਿ ਇਹਨਾਂ ਨੂੰ ਦੋ ਵਾਰ ਪੜ੍ਹਨਾ ਮੱਕੀ ਗੁਰਬਾਣੀ ਨਹੀਂ, ਇਹਨੂੰ ਇੱਕ ਵਾਰੀ ਹੀ ਪੜ੍ਹਨਾ ਆ, ਪਰ ਉਹ ਚੌਥਾ ਤਾਂ ਲਿਖਿਆ ਕਿਉਂਕਿ ਗੁਰੂ ਸਾਹਿਬਾਨ ਵੇਲੇ ਬ੍ਰੈਕਟ ਨਹੀਂ ਸੀ, ਨਾ ਸੱਚੇ ਦੇ ਪੈਰ 'ਚ ਬਿੰਦੀ ਸੀ, ਨਾ ਬ੍ਰੈਕਟ ਸੀ। ਤੋ ਅੱਜ ਅਸੀਂ ਜਿਹੜੀ ਚੀਜ਼ ਨੂੰ ਸਪਸ਼ਟ ਕਰਨਾ, ਉਹ ਨਾਲ ਬ੍ਰੈਕਟ ਵਿੱਚ ਦੇ ਦਿੰਦੇ ਨਾ। ਗੁਰੂ ਸਾਹਿਬਾਨਾਂ ਨੇ ਉਦੋਂ ਉਹ 4 ਅੱਖਰ ਲਿਖਿਆ, ਪਰ ਉਹਦੇ ਨਾਲ ਚੌਥਾ ਲਿਖ ਦਿੱਤਾ ਵੀ ਇਹਨੂੰ 4 ਨਹੀਂ ਪੜ੍ਹਨਾ, ਇਹ ਸੰਕੇਤ ਆ। ਨਾਲ ਇਹਦੇ ਤੇ ਲਿਖ ਦਿੱਤਾ ਵੀ ਪੜ੍ਹਨਾ ਆ ਚੌਥਾ। ਸ਼੍ਰੀ ਰਾਗ ਦੇ ਵਿੱਚ ਵੀ ਸਤਿਗੁਰੂ ਜੀ ਨੇ ਜਿਹੜਾ ਪਹਿਲੇ ਲਿਖ ਦਿੱਤਾ, ਉਹਨੂੰ ਇਹ ਉਹ ਸੰਕੇਤ ਦਿੱਤਾ ਗੁਰੂ ਸਾਹਿਬ ਨੇ ਵੀ ਇਹਨੂੰ ਚੌਥਾ ਹੀ ਪੜ੍ਹਨਾ। ਠੀਕ ਹੈ ਜੀ, ਇੱਕ ਵਾਰੀ ਪੜ੍ਹਨਾ, 2 ਵਾਰੀ ਨਹੀਂ ਪੜ੍ਹਨਾ। ਅਗਲਾ ਹੈਂਡ ਰੇਜ਼ ਹੈ ਜੀ ਅਮਨਦੀਪ ਸਿੰਘ ਜੀ। ਹਾਂਜੀ, ਅਮਨਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਰ, ਮੇਰਾ ਸਵਾਲ ਹੈ ਜੀ, ਜਿਹੜਾ ਅੰਗਾ ਸ਼ਬਦ ਤੇ ਨੰਗਾ ਸ਼ਬਦ ਹੁੰਦਾ, ਸਰ ਇਹਦਾ ਮੂਲ ਉਚਾਰਨ ਕੀ ਕੀਤਾ ਜਾ ਸਕਦਾ? ਹਾਂ, ਇਹਨੂੰ ਨਾ ਦੇਖੋ, ਇਹ ਸਾਰੇ ਵੱਖ-ਵੱਖ ਉਚਾਰਨ ਕਰਦੇ ਨੇ, ਪਰ ਜਦੋਂ ਇਹ ਜਿਹੜਾ ਸ਼ਬਦ ਪਹਿਲਾਂ ਆਉਂਦਾ ਹੈ, ਉਹਦੇ ਵਿੱਚ ਕੀ ਆ, ਉਹਦਾ ਉਚਾਰਨ ਜਿਹੜਾ ਆ, ਉਹ ਸਤਿਗੁਰੂ ਜੀ ਨੇ ਲਿਖਿਆ ਆ ਇਆਨ, ਜਿੱਥੇ ਗਿਆਨ ਸ਼ਬਦ ਵਰਤਦੇ ਤੇ ਗੱਗੇ ਲਈ ਵਰਤਿਆ। ਗੱਗੇ ਤੇ ਟਿੱਪੀ ਤੇ ਗੱਗੇ ਨੂੰ ਕੰਨਾ ਲਾ ਕੇ ਤੇ ਉੱਤੇ ਬਿੰਦੀ ਲਾ ਦਿਓ ਜਦੋਂ ਤੁਸੀਂ ਉਹਦਾ ਉਚਾਰਨ ਕਰਨਾ, ਤੇ ਇਸ ਢੰਗ ਨਾਲ ਉਚਾਰਨ ਕਰੋਗੇ ਜਦੋਂ, ਤੇ ਤੁਹਾਡਾ ਜਿਹੜਾ ਉਹ ਆਪਣੇ ਆਪ ਠੀਕ ਹੋ ਜਾਏਗਾ। ਜਿਵੇਂ ਹਰ ਨਾਮਾ ਹਰ ਰੰਗ, ਇੱਥੇ ਹੁਣ ਗੱਗੇ ਲਈ ਵਰਤਿਆ ਹੈ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ ਰੰਗ ਹਨਾ। ਤੋ ਫਿਰ ਇੱਥੇ ਹੁਣ ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬੋਹੜ ਨਾ ਹੋਈ ਭੰਗ, ਗੱਗੇ ਦੀ ਥਾਂ ਤੇ ਵਰਤਿਆ ਹੋਇਆ। ਤੇ ਗੱਗੇ ਤੇ ਟਿੱਪੀ ਲਾ ਕੇ, ਗੱਗੇ ਨੂੰ ਕੰਨਾ ਲਾ ਕੇ ਤੇ ਉੱਤੇ ਬਿੰਦੀ ਲਾ ਕੇ ਤੁਸੀਂ ਉਹਦਾ ਉਚਾਰਨ ਕਰੋ। ਤੇ ਜਿਹੜਾ ਦੂਸਰਾ ਹੈਗਾ ਆ ਨਈਆਂ, ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਜਿਹੜਾ ਆ ਉਹ ਸ਼ਬਦ ਵਰਤਿਆ ਹੈ ਗੁਰੂ ਸਾਹਿਬਾਨ ਨੇ ਵੰਝ ਇਹ ਲਈ। ਤੋ ਇਹਦੇ ਚ ਕੀ ਹੈ, ਇਹਨੂੰ ਜਿਹੜਾ ਤੁਸੀਂ ਉਚਾਰਨ ਜਿਹੜਾ, ਜਿਵੇਂ ਹਉ ਵੰਝਾਂ
ਵਈਆਂ ਯਈਏ ਸ਼ਬਦ ਲਈ ਵਰਤਿਆ ਜਾਂਦਾ, ਜੱਜੇ ਟਿੱਪੀ ਜਈਏ ਕੰਨਾ ਲਾ ਕੇ, ਯਈਏ ਟਿੱਪੀ ਜਈਏ ਕੰਨਾ ਉੱਤੇ ਬਿੰਦੀ ਲਾ ਕੇ ਉਹਦਾ ਉਚਾਰਨ ਕਰਨ ਦਾ ਹੀ ਪ੍ਰੈਕਟਿਸ ਕਰੋ। ਵੈਸੇ ਇਹ ਥੋੜੀ ਮੇਰੀ ਵੀ ਪ੍ਰੋਬਲਮ ਹੈਗੀ ਕਿ ਮੈਂ ਸ਼ੁਰੂ ਤੋਂ ਹੀ ਇਹ ਜਿਹੜੇ ਅੱਖਰ ਥੋੜਾ ਮੈਂ ਬੜੀ ਮੁਸ਼ਕਲ ਨਾਲ ਬੋਲਣਾ ਸਿੱਖਿਆ ਇਹਨਾਂ ਨੂੰ, ਪਰ ਜਿਹੜੇ ਇਹਦਾ ਪ੍ਰੋਪਰ ਉਚਾਰਨ ਜਿਹੜਾ ਆ ਉਹ ਇਸ ਤਰ੍ਹਾਂ ਹੀ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ। ਬਾਬਾ ਜੀ ਮੇਰਾ ਇਹ ਸਵਾਲ ਸੀ, ਕੋਈ ਮੇਰਾ ਸਵਾਲ ਜੀਵਨ ਦੇ ਨਾਲ ਰਿਲੇਟਡ ਸੀਗਾ ਕਿ ਹੈ ਨਾ Very good ਜੀ। ਸਾਨੂੰ ਹੈ ਨਾ ਆਪਣੇ ਜੀਵਨ ਦੇ ਵਿੱਚ ਵੀ ਆਪਣੇ ਡੇਲੀ ਲਾਈਫ ਦੇ ਵਿੱਚ ਸ਼ਡਿਊਲ ਬਣਾਉਣਾ ਜ਼ਰੂਰੀ ਹੈ ਜਾਂ ਨਹੀਂ? ਦੇਖੋ, ਜਦੋਂ ਕੋਈ ਕੰਮ ਨੂੰ ਅਸੀਂ ਸ਼ਡਿਊਲ ਬਣਾ ਕੇ ਕਰਾਂਗੇ ਤੇ ਉਹ ਕੰਮ ਸਮੇਂ ਨਾਲ, ਠੀਕ ਢੰਗ ਨਾਲ ਤੇ ਵਧੀਆ ਤਰੀਕੇ ਨਾਲ ਪੂਰਾ ਹੋ ਜਾਂਦਾ। ਜੇ ਸ਼ਡਿਊਲ ਨਹੀਂ ਬਣਾਵਾਂਗੇ ਤੇ ਫਿਰ ਉਹਦੇ ਵਿੱਚ ਸਾਨੂੰ ਜਿਹੜਾ ਆ ਖੁਆਰ ਹੋਣਾ ਪੈਂਦਾ, ਠੀਕ ਹੈ। ਜੇ ਪਲੈਨਿੰਗ ਕਰਨੀ ਜਿਹੜੀ ਸਭ ਤੋਂ ਬੈਟਰ ਆ, ਅੱਜ ਤੇ ਹਰ ਚੀਜ਼ ਦੀ ਪਲੈਨਿੰਗ ਕਰਨੀ ਸਾਨੂੰ ਚਾਹੀਦੀ ਆ, ਔਰ ਜੀਵਨ ਦੀ ਪਲੈਨਿੰਗ ਅਸੀਂ ਕਰਦੇ ਕੋਈ ਨਹੀਂ, ਜਿਹੜਾ ਸਭ ਤੋਂ ਇੰਪੋਰਟੈਂਟ ਹੈ, ਠੀਕ ਹੈ ਜੀ। ਤੋ ਪਲੈਨਿੰਗ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਸਾਨੂੰ ਆਪਣਾ ਜਿਹੜਾ ਜੀਵਨ ਦਾ ਜੋ ਹੈ ਟਾਈਮ ਟੇਬਲ ਵਗੈਰਾ ਜਾਂ ਹੋਰ ਜੋ ਵੀ ਅਸੀਂ ਪਲੈਨਿੰਗ ਕਰਕੇ ਉਹਨੂੰ ਕਰ ਸਕਦੇ ਹਾਂ, ਉਹਦੇ ਅਭਿਆਸ ਨਾਲ ਅਸੀਂ ਉਹਨੂੰ ਚੰਗਾ ਬਣਾ ਸਕਦੇ ਹਾਂ। ਇਹ ਗੁਰੂ ਸਾਹਿਬ ਨੇ ਵੀ ਕਿਹਾ, ਨੇਮ ਰੱਖਣਾ, ਪਲੈਨਿੰਗ। ਗੁਰੂ ਸਤਿਗੁਰੂ ਕਾ ਜੋ ਸਿੱਖ ਕਾਇ ਉਹ ਭਲਕੇ ਉੱਠ ਹਰ ਨਾਮ ਤੇ, ਇਹ ਪਲੈਨਿੰਗ ਹੀ ਤੇ ਹੈ ਸਤਿਗੁਰਾਂ ਨੇ ਸਾਨੂੰ ਦਿੱਤੀ। ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਪਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਾਵੇ। ਇਹ ਨਿਯਮ ਬਣਾਉਣਾ ਜ਼ਰੂਰੀ ਹੈ, ਠੀਕ ਹੈ ਬੱਚਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅੰਕਲ ਜੀ, ਮੇਰਾ ਕੁਐਸਚਨ ਇਹ ਹੈ ਕਿ ਦੇਂਦਾ ਦੇ ਲੈਂਦੇ ਥਕਪਾਈ ਦੇ ਵਿੱਚ ਬਿੰਦੀ ਲਗਾਣੀ ਹੈ ਜੀ? ਹਾਂਜੀ, ਦੇਖੋ ਜੇ ਦੇਦਾ ਕਹਿ ਦਿੱਤਾ, ਦੇਦਾ ਸ਼ਬਦ ਕੁਝ ਹੈ ਬੇਟੇ? ਦੇਂਦਾ, ਵਾਹਿਗੁਰੂ ਜੀ ਦੇ ਦਿਆ ਹੈ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਤੋ ਇੱਥੇ ਦੇਂਦਾ ਕਹਿਣਾ, ਬਿੰਦੀ ਲਗਾਣੀ ਪਏਗਾ ਪੁੱਤਰ, ਨਾਸਕੀ ਬੋਲਣਾ ਹੁੰਦਾ। ਤੇ ਸਰ ਇੱਕ ਕੁਐਸਚਨ ਹੋਰ ਹੈ ਜੀ, ਆਪੇ ਆਪ ਨਿਰੰਜਨ ਸੋਏ, ਇਹਦੇ ਵਿੱਚ ਨਿਰੰਜਨ ਬੋਲਣਾ ਹੈ ਜੀ? ਹਾਂ, ਨੰਨੇ ਨੂੰ ਸਿਹਾਰੀ ਨਾ ਨਿਰੰਜਨ। ਨਿਰ ਅਸੀਂ ਜਦੋਂ ਵੱਖ ਕਰਨਾ ਹੁੰਦਾ ਕਿਸੇ ਨੂੰ, ਅਸੀਂ ਕਹਿੰਦੇ ਨਿਰ, ਵੱਖਰਾ, ਨਿਰੰਜਨ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ। ਸਰ ਜੀ ਅਸੀਂ ਪੁੱਛਣਾ ਸੀ ਕਿ ਜਿਸ ਤਰ੍ਹਾਂ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਇਸ ਤਰ੍ਹਾਂ ਮਤਲਬ ਕਿ ਤੁਸੀਂ ਇੱਕ ਸ਼ਬਦ ਬੋਲਿਆ ਸੀ, ਪੰਕਤੀ ਬੋਲੀ ਸੀ, ਉਹਦੇ ਵਿੱਚ ਚੰਗਿਆਈ ਤੇ ਬੁਰਿਆਈ ਤੋਂ ਬਿਹਾਰੀ ਤੋਂ ਪਹਿਲਾਂ ਈੜੀ ਤੋਂ ਬਿਹਾਰੀ, ਉਹਦੇ ਵਿੱਚ ਪਹਿਲਾਂ ਬਿੰਦੀ ਆਈ, ਉਹਦਾ ਕੀ ਉਚਾਰਨ ਹੈ? ਹਾਂ, ਗੁਰੂ ਉੱਥੇ ਬਿੰਦੀ ਉਚਾਰਨ ਹੁੰਦੀ ਹੈ ਬੇਟੇ। ਦੇਖੋ ਗੁਰੂ ਸਾਹਿਬਾਨ ਵੇਲੇ ਉੱਪਰ ਬਿੰਦੀ ਲੱਗੀ ਹੈ, ਕਿਤੇ ਕਿਤੇ, ਹਰ ਥਾਂ ਤੇ ਨਹੀਂ ਲੱਗੀ, ਪਰ ਕਿਤੇ ਕਿਤੇ ਸੰਕੇਤ ਮਾਤਰ ਲੱਗੀ ਹੈ। ਇੱਥੇ ਚੰਗਿਆਈ ਬਿੰਦੀ ਆ ਗਈ ਨਾ, ਤੋ ਬਿੰਦੀ ਅਸੀਂ ਹੁਣ ਜੇ ਅੱਜ ਦੇ ਹਿਸਾਬ ਨਾਲ ਲਾਈਏ ਤੇ ਅਸੀਂ ਬਿਹਾਰੀ ਦੇ ਅੱਗੇ ਲਾਵਾਂਗੇ, ਪਰ ਗੁਰੂ ਸਾਹਿਬਾਨ ਦੇ ਵਿੱਚ ਇਹ ਰੂਲ ਸੀ, ਉਹ ਪਹਿਲਾਂ ਲਗਾ ਦਿੰਦੇ ਸੀ। ਓਕੇ, ਠੀਕ ਹੈ ਜੀ, ਧੰਨਵਾਦ। ਠੀਕ ਹੈ ਜੀ, ਹਾਂ, ਬਿੰਦੀ ਦਾ ਉਚਾਰਨ ਹੋਏਗਾ ਜੀ। ਓਕੇ ਜੀ, ਧੰਨਵਾਦ। ਅਗਲਾ ਹੈਂਡ ਰੇਜ਼ ਹੈ ਜੀ, 81 ਰੋਪੜ ਤੋਂ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਜੀ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਬਹੁਤ ਸਾਰੇ ਸ਼ਬਦਾਂ ਦਾ ਸਹੀ ਉਚਾਰਨ ਕਰਨਾ ਸਿਖਾਇਆ ਜੀ। ਬੱਚੇ ਧੰਨਵਾਦ ਵਾਹਿਗੁਰੂ ਜੀ ਦਾ ਕਰੋ, ਜਿਨ੍ਹਾਂ ਨੇ ਸਾਨੂੰ ਇਹ ਸਬੱਬ ਬਖਸ਼ਿਆ ਆ। ਔਰ ਵਾਹਿਗੁਰੂ ਜੀ ਤੋਂ ਅਸੀਂ ਇਹ ਮੰਗ ਮੰਗੀਏ ਕਿ ਵਾਹਿਗੁਰੂ ਜੀ ਕਿਰਪਾ ਕਰੋ, ਸਾਨੂੰ ਸਾਰਿਆਂ ਨੂੰ ਸਮੱਤ ਆਵੇ, ਅਸੀਂ ਸਾਰੇ ਸਿੱਖ ਸਕੀਏ ਬਾਣੀ, ਜਿਉਂ ਸਕੀਏ ਬਾਣੀ। ਠੀਕ ਹੈ ਜੀ, ਧੰਨਵਾਦ ਪੁੱਤਰ ਤੇ। ਕੁਐਸਚਨ ਇਹ ਹੈ ਸਰ, ਸਾਡੇ ਜਿਵੇਂ ਹੁਣ ਹੁੰਦਾ ਹੈ ਸੂਈ ਮਹੱਲਾ ਚੌਥਾ, ਸਰ ਇੱਥੇ ਸਾਡੇ ਗੁਰਮਤਿ ਦੀ ਕਲਾਸ ਲਗਾ ਰਹੇ ਸੀ, ਉਹ ਕਹਿੰਦੇ ਕਿ ਇਹਨੂੰ ਮਹੱਲਾ ਨਹੀਂ ਕਹਿਣਾ, ਮਹਿਲਾ ਕਹਿਣਾ। ਸਰ ਇਹ ਦੱਸੋ ਇਸਦਾ ਸਹੀ ਉਚਾਰਨ ਕੀ ਹੈ ਜੀ? ਹਾਂ ਬੱਚੇ, ਮੈਂ ਤੁਹਾਨੂੰ ਅੱਜ ਕਿਹਾ ਵੀ ਸੀਗਾ ਵੀ ਅਸੀਂ ਲੜਨਾ ਨਹੀਂ। ਵੈਸੇ ਜਿਹੜਾ ਸ਼ਬਦ ਆ ਉਹ ਮਹਿਲਾ ਹੀ ਹੈ। ਮਹਿਲਾ ਦਾ ਮਤਲਬ ਹੈ ਸਰੀਰ, ਪਰ ਕੁਝ ਜਿਹੜੇ ਨੇ ਵੀਰ ਉਹ ਮਹੱਲਾ ਉਚਾਰਨ ਕਰਦੇ ਨੇ। ਮਹੱਲੇ ਦੇ ਵੀ ਅਰਥ ਸੇਮ ਹੀ ਨੇ, ਅਰਥ ਜਿਹੜੇ ਉਹ ਸੇਮ ਹੀ ਕਰਦੇ ਨੇ, ਇਸ ਲਈ ਕੋਈ ਹਰਜ ਨਹੀਂ। ਪਰ ਅਸਲ ਉਚਾਰਨ ਜਿਹੜਾ ਪ੍ਰਿੰਸੀਪਲ ਸਾਹਿਬ ਸਿੰਘ ਨੇ ਕਿਹਾ ਹੈ, ਉਹ ਮਹਿਲਾ ਹੀ ਕਿਹਾ ਹੈ। ਉਹਨੂੰ ਭੁੱਲਾ ਜਾ, ਮਹਿਲਾ ਵੀ ਨਹੀਂ ਬਣਾਉਣਾ। ਮਹਿਲਾ ਦਾ ਮਤਲਬ ਇਸਤਰੀ ਹੁੰਦੀ, ਮਹਿਲਾ ਨਹੀਂ ਬਣਾਉਣਾ, ਮਹਿਲਾ, ਇਸ ਤਰ੍ਹਾਂ ਬੋਲਣਾ ਜੀ। ਠੀਕ ਹੈ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ। ਜੀ ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਉਸ ਵਿੱਚ ਜੋ ਜੇ ਜੁਗਚਾਰਾ ਵਾਲੀ ਪੌੜੀ ਹੈ ਤਾਂ ਉਸ ਵਿੱਚ ਜਸਕੀਰਤ ਜੋ ਇੱਕ ਸ਼ਬਦ ਆਉਂਦਾ ਹੈ ਉਸਦਾ ਕੀ ਅਰਥ ਹੈ ਜੀ? ਜੇ ਜੁਗ ਚਾਰੇ ਆਰਜਾ, ਉਹਦੇ ਜਸਕੀਰਤ ਚ ਬੇਟੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਜੇ ਤੇਰੀ ਉਮਰ ਸਤਿਗੁਰੂ ਕਹਿੰਦੇ 4 ਯੁੱਗਾਂ ਦੀ ਹੋਵੇ। ਇੱਕ ਜੋਗੀ ਨੂੰ ਸਮਝਾ ਰਹੇ ਨੇ, ਉਹ ਸਮਾਧੀਆਂ ਲਾ ਲੈ ਕੇ ਉਮਰਾਂ ਵਧਾਉਂਦੇ ਸਨ ਸਾਹ ਰੋਕ ਰੋਕ ਕੇ, ਹਨਾ। ਤੋ ਉਹ ਸਤਿਗੁਰੂ ਕਹਿੰਦੇ ਜੇ ਤੇਰੀ 4 ਯੁੱਗਾਂ ਦੀ ਉਮਰ ਹੋ ਜਾਏ, ਯੁੱਗ ਮੰਨ ਲਓ 100 ਸਾਲ ਦਾ ਇੱਕ ਹੈਗਾ, ਠੀਕ ਹੈ। ਜੇ 100 ਸਾਲ ਦਾ ਇੱਕ ਯੁੱਗ ਆ ਤੇ 4 ਯੁੱਗ ਹੋ ਗਏ 400 ਸਾਲ। ਜੇ ਯੁੱਗ ਚਾਰੇ ਆਰਜਾ, 4 ਯੁੱਗਾਂ ਦੀ ਤੇਰੀ ਉਮਰ ਹੋ ਜਾਵੇ, ਇੰਨੀ ਲੰਮੀ 400 ਸਾਲ ਹੋਰ ਦਸੂਣੀ ਹੋਏ, 10 ਗੁਣਾ ਹੋਰ ਵੱਧ ਜਾਵੇ, 400 ਗੁਣਾ 10, ਜੇ ਇੰਨੀ ਵੱਡੀ ਉਮਰ ਵੀ ਤੇਰੀ ਹੋ ਜਾਵੇ ਫਿਰ ਵੀ ਕੀ ਹੋਏਗਾ? ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ, ਨਵਾਂ ਦਾ ਮਤਲਬ 9 ਖੰਡਾਂ ਦੇ ਵਿੱਚ, ਭਾਵ ਸਾਰੀ ਦੁਨੀਆ ਤੇ ਸਾਰੀ ਪ੍ਰਿਥਵੀ ਤੇ 9 ਖੰਡ ਪ੍ਰਿਥਵੀ ਦੇ ਨੇ ਨਾ, ਤੋ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਸਾਰੇ ਤੇਰੇ ਨਾਲ ਤੁਰਨ, ਭਾਵ ਤੇਰੀ ਗੱਲ ਨੂੰ ਮੰਨਣ। ਤੇ ਫਿਰ ਜੇ ਏਡੀ ਵੱਡੀ ਉਮਰ ਵੀ ਹੋ ਗਈ, ਤੇਰੀ ਸਾਰੇ ਗੱਲ ਵੀ ਮੰਨਣ, ਤੂੰ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਵੀ ਹੋ ਜਾਵੇਂ, ਤੇ ਫਿਰ ਕੀ ਹੋਏਗਾ? ਸਤਿਗੁਰੂ ਇਹ ਸਮਝਾ ਰਹੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੈ। ਤੇਰਾ ਨਾਮ ਨਾ ਚੰਗਾ ਹੋਵੇ, ਸਾਰੀ ਜੱਗ ਦਾ ਜਸ ਖੱਟ ਲਵੇਂ ਤੂੰ। ਪਰ ਪਰਮਾਤਮਾ ਦੀ ਨਜ਼ਰ ਵਿੱਚ ਜੇ ਤੂੰ ਨਹੀਂ ਆਇਆ ਨਾ, ਭਾਵੇਂ ਦੁਨੀਆ 'ਚ ਬਹੁਤ ਵੱਡਾ ਬਣ ਗਿਆ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਜੇ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਨਹੀਂ, ਤੇਰੀ ਕੋਈ ਬਾਤ ਨਹੀਂ ਪੁੱਛੀ, ਕਿਸੇ ਨੇ ਬਾਤ ਨਹੀਂ ਪੁੱਛੀ। ਠੀਕ ਹੈ ਜੀ, ਇੱਥੇ ਇਹ ਗੱਲ ਸਮਝਾਈ ਗਈ ਹੈ ਸਤਿਗੁਰੂ ਜੀ ਵੱਲੋਂ ਜੀ, ਜੋ ਸਾਡੀ ਸਮਝ ਵਿੱਚ ਆਈ ਹੈ। ਗਿਆਨ ਗੋਚਰੇ ਵਾਹਿਗੁਰੂ ਸਭਨਾਂ ਨੂੰ ਬਖਸ਼ਿਸ਼ ਕਰੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ। ਸੋ ਕੈਂਪ ਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।